ਦਰ ਪਰਮ ਪਰਮ ਕਿਰਪਾਲਾ ਕਿਰਪਾਲਾ ਜੀ, ਪਰ ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਸਿੰਘ ਬਿਸਾ ਬਿਸਾਲਾ। ਤਾਰੋਂ ਤਾਰਾ ਤਾਰ ਪੁਨ 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 ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰਾ ਸਤਿਗੁਰੂ ਸਤਿਗੁਰੂ ਜੇ ਪ੍ਰਸਾਦ ਪ੍ਰਸਾਦ ਸਚ ਸੁਖ ਹੋਏ। ਵਾਹਿਗੁਰੂ ਜੀ ਕੀ ਫਤਿਹ ਫਤਿਹ। ਹੈ ਬਿਘਨ ਵਿਨਾਸ਼ਨ ਸੋਏ ਸੋਏ। ਵਾਹਿਗੁਰੂ ਜੀ ਕੀ ਫਤਿਹ। ਫਤਿਹ ਹੈ ਬਿਘਨ ਵਿਨਾਸ਼ਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕਬਿਤ ਜਾਨਿਓ ਸਭ ਸਿੱਧ ਅਬ ਡਰਿਓ ਔਰ ਮਾਏ। ਦੂਨੇ ਗਰ ਬਾਏ ਚਾਏ ਚਿਤ ਮੈਂ ਬੜਾਇਓ ਹੈ। ਆਏ ਕੇ ਨਿਕਟ ਬੋਲੇ ਬਚਨ ਬਿਕਟ ਤਬ। ਦੇਖ ਸਭ ਸਿੱਧਨ ਕੇ ਸਿੱਧ ਜੋ ਲਗਾਇਓ ਹੈ। ਸੀਖ ਲੀਨੇ ਬੋਲ ਮੇਰੋ ਤੇਰੇ ਪਾਸ ਬੈਸ ਕਰ। ਤਪਾ ਕੋ ਕਹਾ ਏ ਜਗ ਰਿਦੇ ਗਰਬਾਇਓ ਹੈ। ਮਾਨਤ ਨਾ ਬਾਤ ਸਮਝਾਇਓ ਭਲੀ ਭਾਂਤ। ਅਬ ਦੇਖੀ ਕਰਾਮਾਤ ਤੋਏ ਤੁਸ਼ਨ ਕਰਾਇਓ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਧੰਨਵਾਦ ਸ਼ੁਕਰ। ਖੰਡਾਂ ਬ੍ਰਹਮੰਡਾਂ ਦੇ ਸੁਆਮੀ, ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਉਹਨਾਂ ਦੇ ਪਾਵਨ ਚਰਨਾਂ ਵਿੱਚ, ਸ਼ੋਭਨੀਕ ਦਰਬਾਰ ਵਿੱਚ ਮਹਾਨ ਸ਼ਹੀਦ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਸਥਾਨ ਤੇ ਜਿਤਨੇ ਵੀ ਗੁਰਸਿੱਖ ਮਾਈ ਭਾਈ ਆਣ ਜੁੜ ਬੈਠੇ ਹੋ, ਸਭਨਾਂ ਨੂੰ ਜੀ ਆਇਆ। ਇਸ ਅਦਬ ਦੇ ਵਿੱਚ, ਜਿਸ ਪਿਆਰ ਅਤੇ ਸਤਿਕਾਰ ਦੇ ਵਿੱਚ ਆਪ ਚੱਲ ਕੇ ਆਏ ਹੋ, ਆਪ ਜੀ ਦਾ ਇੱਕ ਇੱਕ ਕਦਮ ਦਾਸ ਦੇ ਸਿਰ ਮੱਥੇ ਤੇ ਹੈ। ਮੈਂ ਖੁਸ਼ਕਿਸਮਤ ਹਾਂ। ਤਕਰੀਬਨ 2 ਸਾਲ ਦੇ ਅਰਸੇ ਦੇ ਬਾਅਦ ਇਸ ਕੋਵਿਡ ਵਗੈਰਾ ਐਪੀਡੈਮਿਕ ਤੋਂ ਬਾਅਦ ਆਪ ਜੀ ਦੇ ਚਰਨ ਪਰਸ਼ਨ ਦਾ ਸੁਭਾਗ ਪ੍ਰਾਪਤ ਹੋਇਆ। ਆਪ ਸਭ ਗੁਰੂ ਰੂਪ ਸੰਗਤ, ਮਾਨਯੋਗ ਗਿਆਨੀ ਜੀ ਅਤੇ ਪ੍ਰਬੰਧ ਮੁਖੀ ਸੱਜਣ ਸਾਰੇ ਮੇਰੇ ਧੰਨਵਾਦ ਦੇ ਪਾਤਰ ਨੇ, ਜਿਨ੍ਹਾਂ ਨੇ ਇਸ ਪਾਵਨ ਸਥਾਨ ਤੇ ਬੈਠ ਕੇ ਇਤਿਹਾਸ ਅਤੇ ਗੁਰਮਤਿ ਦੀਆਂ ਵਿਚਾਰਾਂ ਕਰਨ ਦਾ ਸਮਾਂ ਮੈਨੂੰ ਬਖਸ਼ਿਸ਼ ਕੀਤਾ। ਮਾਨਯੋਗ ਮੇਰੇ ਵੀਰ ਜੀ ਹੋਰਾਂ ਨੇ, ਸੱਭਰਵਾਲ ਜੀ ਨੇ ਸਾਨੂੰ ਸਰਵਣ ਕਰਵਾਇਆ ਕੁਝ ਪੰਕਤੀਆਂ ਦਾ ਪਾਠ। ਉਹ ਪੰਕਤੀਆਂ ਜਿਹੜੀਆਂ ਸਤਿਗੁਰੂ ਮਹਾਰਾਜ ਦੀਨ ਦਿਆਲ, ਗੋਬਿੰਦ ਰੂਪ ਗੁਰੂ ਨਾਨਕ ਸਾਹਿਬ ਉਹਨਾਂ ਨੂੰ ਚੈਲੰਜ ਕਰ ਰਹੀਆਂ ਨੇ। ਇਹ ਚੈਲੰਜ ਕਿਉਂ ਕਰ ਰਹੇ ਨੇ? ਇਹ ਸਮਝਦੇ ਸਨ ਸਾਡੇ ਵਰਗਾ ਕੋਈ ਸਾਧਕ ਨਹੀਂ ਹੈ, ਸਾਧਨਾ ਕਰਨ ਵਾਲਾ। ਸਾਡੇ ਵਰਗਾ ਪੁੱਗਾ ਹੋਇਆ ਕੋਈ ਸਿੱਧ ਨਹੀਂ ਹੈ। ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜੋ ਯੰਗ ਮੈਨ ਸਨ, ਜਵਾਨ ਸਨ, ਉਹਨਾਂ ਨੂੰ ਇਹ ਬਾਲਾ ਕਹਿ ਕੇ ਸੰਬੋਧਨ ਕਰਦੇ ਨੇ, ਜਿਵੇਂ ਹੇ ਬਾਲਕੇ।
ਬਾਲ। ਔਰ ਇਹਨਾਂ ਦੇ ਧਿਆਨ ਦੇ ਵਿੱਚ ਐਸੀ ਬਾਤ ਹੀ ਸੀ, ਅਸੀਂ ਵੱਡੀ ਉਮਰਾਂ ਵਾਲੇ, ਵੱਡੀ ਸਾਧਨਾ ਵਾਲੇ, ਵੱਡੀ ਘਾਲਣਾ ਵਾਲੇ, ਇਹ ਕੀ ਹੈ? ਹਰ ਤਰ੍ਹਾਂ ਕਰਕੇ ਨਾ ਇਹਨਾਂ ਨੇ ਉਖੇੜਨ ਦਾ ਯਤਨ ਕੀਤਾ। ਲੇਕਿਨ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ, ਮੈਂ ਤਾਂ ਇੱਕ ਸ਼ਬਦ ਵਿੱਚ ਹੀ ਨਾ ਸਾਰਾ ਕੁਝ ਕਹਿਣਾ ਚਾਹੁੰਦਾ, ਜੋ ਗੋਬਿੰਦ ਰੂਪ ਨੇ, ਜਿਵੇਂ ਪੰਜਵੇਂ ਪਾਤਸ਼ਾਹ ਕਹਿੰਦੇ ਨੇ, ਗੁਰੂ ਨਾਨਕ ਦੇਵ ਗੋਬਿੰਦ ਰੂਪ। ਪਰਮੇਸ਼ਰ ਨੂੰ ਕੋਈ ਜਿੱਤਣਾ ਚਾਹੇ, ਵਾਹਿਗੁਰੂ ਜੀ ਨੂੰ ਕੋਈ ਜਿੱਤਣਾ ਚਾਹੇ, ਉਹਨਾਂ ਨੂੰ ਕੋਈ ਹਰਾਉਣਾ ਚਾਹੇ, ਗੱਲ ਕਿਸੇ ਤਰ੍ਹਾਂ ਸੰਭਵ ਹੋ ਸਕਦੀ ਹੈ? ਕੋਈ ਪੋਸਿਬਿਲਿਟੀ ਹੈ? ਨਹੀਂ ਹੈ, ਕੁਛ ਵੀ ਨਹੀਂ ਹੈ। ਲੇਕਿਨ ਸਤਿਗੁਰੂ ਮਹਾਰਾਜ ਦੀ ਜੁਗਤੀ ਬੜੀ ਕਮਾਲ ਦੀ ਹੈ। ਪਿਤਾ ਜੀ ਧੰਨ ਗੁਰੂ ਨਾਨਕ ਸਾਹਿਬ ਦੀ ਜੁਗਤੀ, ਗੱਲਬਾਤ ਕਰਨ ਦੀ, ਵਿਚਾਰ ਕਰਨ ਦੀ, ਔਰ ਕਾਰਜ ਨੂੰ ਸਿੱਧ ਕਰਨ ਦੀ ਬੜੀ ਕਮਾਲ ਦੀ ਜੁਗਤੀ ਹੈ। ਤੁਸੀਂ ਪਿਛਲੇ ਦਿਨੀ ਜ਼ਰੂਰ ਸੁਣਿਆ ਹੋਵੇਗਾ, ਮੈਂ ਸਾਰੀ ਨਾ ਪਿੱਛੇ ਵਿਚਾਰ ਹੁਣ ਕਰ ਨਹੀਂ ਸਕਿਆ। ਜਦੋਂ ਸਿੱਧਾਂ ਨੂੰ ਆਉਂਦਿਆਂ ਦੇਖਦੇ ਨੇ, ਇੱਕ ਜਾ ਰਿਹਾ, ਦੂਜਾ ਆ ਰਿਹਾ, ਦੂਜਾ ਜਾ ਰਿਹਾ, ਤੀਜਾ ਆ ਰਿਹਾ ਹੈ। ਮਰਦਾਨਾ ਜੀ ਕਿਹਾ ਵੀ ਉੱਠੋ, ਹੁਣ ਚੱਲੀਏ ਆਪਾਂ। ਸਤਿਗੁਰੂ ਕਹਿਣ ਲੱਗੇ ਉੱਠੋ। ਉਹ ਰਬਾਬ ਬਣਦੇ ਪਏ ਸਨ, ਤੇ ਗੁਰੂ ਸਾਹਿਬ ਨੇ ਦੇਖਿਆ ਤੇ ਵੇਖ ਕੇ ਤੇ ਮੁਸਕਰਾ ਪਏ। ਧਿਆਨ ਪਿਆ, ਬਾਬਾ ਜੀ ਕੀ ਗੱਲ ਹੈ? ਸ਼੍ਰੀ ਗੁਰੂ ਕਹਿਓ, ਜੋਗੀ ਆਪ ਤੋਂ ਹੈ ਲਿਓ। ਇੱਕ ਜੋਗੀ ਹੋਰ ਆ ਰਿਹਾ ਹੈ, ਏਕ ਮਾਨ ਮਨ ਦਇਓ। ਹੰਕਾਰ ਦੇ ਵਿੱਚ ਸੜਿਆ ਹੋਇਆ, ਤਾਂ ਕੋ ਹੱਸੇ ਦੇਖਿਆ ਉਹਨੂੰ ਆਉਂਦਿਆਂ ਵੇਖ ਕੇ, ਉਹਦੀ ਚਾਲ ਵੇਖ ਕੇ ਨਾ, ਕਿਵੇਂ ਉਹ ਹੰਕਾਰ ਦੇ ਨਾਲ ਮਸਤਿਆ ਹੋਇਆ ਆ ਰਿਹਾ। ਕਹੇ ਮਰਦਾਨਾ, ਕਾਂਕੋ ਮਾਰੋ ਚੱਡੇ ਗਾਟੇ ਕਰ, ਨੈਕ ਮੋਏ ਦੀਜੈ ਨਹੀਂ ਬੈਨ ਜਾਂ ਲਾਵਣੋ। ਕਹਿੰਦੇ ਬਾਬਾ ਜੀ, ਜੇ ਫਿਰ ਆ ਰਿਹਾ ਹੰਕਾਰ ਨਾਲ ਮਸਤਿਆ ਹੋਇਆ, ਤੇ ਮੈਨੂੰ ਆਗਿਆ ਬਖਸ਼ੋ, ਮੈਂ ਜਰਾ ਇਹਦੇ ਨਾਲ ਦੋ ਹੱਥ ਕਰਾਂ। ਅਸੀਂ ਐਂ ਹੀ ਕਹਿ ਸਕਦੇ ਹਾਂ, ਮੈਂ ਫਿਰ ਦੋ ਹੱਥ ਕਰਾਂ ਇਹਦੇ ਨਾਲ। ਔਰ ਨਾਲ ਨਾ ਆਪਣੇ ਖਿਆਲਾਤ ਦਾ ਪ੍ਰਗਟਾਅ ਵੀ ਕਰਦੇ ਨੇ। ਲੈਣ ਦੇਣ ਇਨਕੋ ਨਹੀਂ, आवत रोष बढ़ाए, एक को जब ही मार हों दूसर को मत आए। ਲੈਣਾ ਨਹੀਂ, ਦੇਣਾ ਨਹੀਂ, ਗੱਲ ਨਹੀਂ, ਬਾਤ ਨਹੀਂ, ਜਿਵੇਂ ਅਸੀਂ ਕਹੀ ਪੱਲੇ ਹੈ ਕੱਖ ਨਹੀਂ। ਆਵਤ ਰੋਸ बढ़ाए। ਹੁਣ ਦੇਖਣਾ, ਜਿਹੜੀ ਮੈਂ ਗੱਲ ਆਖੀ ਹੈ, ਬਚਨ ਕੀਤਾ ਹੈ, ਸਤਿਗੁਰਾਂ ਦਾ ਢੰਗ ਦੇਖੋ ਕੈਸਾ ਪਿਆਰਾ। ਸ੍ਰੀ ਗੁਰੂ ਅਲਾਈ ਭਾਈ ਜੀ, ਨਹੀਂ ਹਾਥ ਕੀ ਲੜਾਈ। ਇਹ ਗੱਲ ਪੈਣ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈ। ਇਹਾਂ ਬਾਦ ਚਤੁਰਾਈ ਕਰੇ ਬਾਕ ਸਿੱਧ ਆਵਈ। ਸਾਡੇ ਨਾਲ ਗੱਲ ਹੀ ਕਰਦੇ ਪਏ ਨੇ ਨਾ, ਜਿਹੜੇ ਗੱਲ ਕਰ ਰਹੇ ਉਹਦੇ ਨਾਲ ਗੱਲ ਕਰੋ। ਫਿਰ ਜਦੋਂ ਕੋਈ ਗੱਲ ਪਵੇਗਾ, ਫਿਰ ਤੁਸੀਂ ਆਪਣੀ ਰੀਝ ਲਾ ਲਿਆ ਜੇ। ਹੁਣ ਦੇਖੋ, ਤੁਸਾਂ ਨੇ ਜ਼ਰੂਰ ਕੱਲ ਸਰਵਣ ਕੀਤਾ, ਇਹ ਲੋਕ ਅੱਕੇ ਤਾਂ ਨਹੀਂ ਸਨ ਅਜੇ, ਥੱਕੇ ਨਹੀਂ ਸਨ ਅਜੇ, ਲੇਕਿਨ ਨਾ ਜਿਵੇਂ ਅਸੀਂ ਕਹੀਏ ਵੀ ਹਰ ਪੈਂਤੜੇ ਤੇ ਫੇਲ ਹੋ ਰਹੇ ਸਨ ਜ਼ਰੂਰ ਸਤਿਗੁਰਾਂ ਦੇ ਸਾਹਮਣੇ। ਤੇ ਇੱਕ ਇਹਨਾਂ ਦਾ ਇਹ ਪੈਂਤੜਾ ਜਿਹੜਾ ਸੀ, ਜਿਸ ਤੇ ਮਾਣ ਕਰਦੇ ਸਨ ਵੀ ਇਹ ਸਾਡੇ ਕੋਲ ਹੀ ਹੈ, ਨਿਸ਼ਚੈ ਹੀ, ਕਿਉਂਕਿ ਕਰਦੇ ਹੀ ਇਹ ਸਨ ਤੇ ਫਿਰ ਇਹਨਾਂ ਕੋਲ ਹੀ ਹੋਣਾ ਸੀ ਸਾਰਾ ਕੁਝ ਇਹੋ ਜਿਹਾ। ਉਹ ਕੀ ਸੀ? ਉਹ ਸੀ ਕਰਾਮਾਤਾਂ ਵਿਖਾਉਣੀਆਂ, ਪ੍ਰਗਟਾ ਕਰਨਾ। ਕਿਵੇਂ ਕਿਵੇਂ ਹਾਂਜੀ ਤੁਰੇ। ਜੇ ਤੁਸੀਂ ਇੱਕ ਨਾ ਇਹ ਅਖੀਰਲਾ ਕਵਿਤ ਪੜ੍ਹ ਦਿਓ ਤਾਂ, ਸਿੰਘੀ ਕੋ ਬਜਾਏ। ਹਾਂ ਸੁਣਿਓ ਜੇ। कबित सिंगी को बजाए, हाथ त्याग के परमाए डंडा, सोज साबे आपनी आकाश में उड़ाइया।
ਮੁੰਦਾ ਪੁੰਨ ਫਰਵਾ ਜੇ ਸ਼ੂਕਤੀ ਫੇਰਤ ਕੀਤੀ, ਜੇਤੋ ਜੋਰ ਤੇ ਤੋ ਤਾਹਾਂ ਸਭ ਲਾਈਆ, ਰਿਦੇ ਗਰਬਾਏ ਨਿਜ ਸ਼ਕਤ ਲਗਾਏ ਸਿੱਧ, ਪੰਖੀ ਜੋ ਫੇਰਤੇ ਆਸਮਾਨ ਰੇ ਉਛਾਈਆ, ਨਾਨਕ ਜੀ ਤੂਸ਼ਨ ਕੋ ਧਾਰ ਕਰ ਬੈਸ ਰਹੇ, ਦੇਖਤ ਤਮਾਸ਼ਾ ਪਹਿਨਾ ਵਾਕ ਕੋ ਅਲਾਈਆ। ਗੁਰਮੁਖ ਸੱਜਣਾ ਨੇ ਕੱਲ ਖੂਬ ਵਿਸਥਾਰ ਤਾਂ ਕੀਤਾ ਹੀ ਹੋਏਗਾ ਨਾ। ਸਿੰਗੀ ਵਜਾ ਰਹੇ ਨੇ, ਐਂ ਉੱਡ ਰਹੇ ਨੇ, ਆਹ ਕੁਝ ਕਰ ਰਹੇ ਨੇ, ਪਰ ਐਂਡ ਤੇ ਜਾ ਕੇ ਨਾ, ਅਖੀਰ ਤੇ ਜਾ ਕੇ ਮਾਨਯੋਗ ਭਾਈ ਸਾਹਿਬ ਕਹਿੰਦੇ ਨੇ, ਨਾਨਕ ਜੀ ਤੂਸ਼ਨ ਕੋ ਧਾਰ ਕਰ ਬੈਠ ਰਹੇ, ਚੁੱਪ ਕਰਕੇ ਬੈਠੇ ਹੋਏ ਨੇ। ਇਵੇਂ ਕੌਣ ਬੈਠ ਸਕਦਾ ਹੈ? ਜਿਹੜਾ ਗਰਵਾ ਹੈ, ਭਾਰਾ ਹੈ, ਜਿਹੜਾ ਤਕੜਾ ਹੈ, ਜਿਹਦੇ ਪਾਸ ਬਲ ਹੈ। ਹੈਂ? ਔਰ ਬਚਨ ਕੀ ਆਖਿਆ? ਦੇਖਤ ਤਮਾਸ਼ਾ ਪੈਨਾ ਵਾਕ ਕੋ ਅਲਾਈਆ। ਕਿਉਂ ਤੂਸ਼ਨ ਹੋ ਕੇ ਬੈਠੇ ਹੋਏ ਨੇ, ਚੁੱਪ ਹੋ ਕੇ ਬੈਠੇ ਹੋਏ ਨੇ? ਇਹ ਤਮਾਸ਼ਾ ਹੈ, ਸਾਰਾ ਕੁਝ ਕਰ ਲੈਣ ਜਿਹੜਾ ਇਹਨਾਂ ਨੇ ਕਰਨਾ। ਹਾਂਜੀ, ਤਮਾਸ਼ਾ ਕਰ ਲੈਣ। ਪਰ ਕਈ ਵਾਰ ਕੀ ਹੁੰਦਾ ਹੈ, ਤੁਹਾਨੂੰ ਖਾਮੋਸ਼ ਬੈਠਿਆਂ ਵੇਖ ਕੇ ਨਾ, ਮਹਾਬਲੀ ਵੀ ਜਿਸ ਵੇਲੇ ਖਾਮੋਸ਼ ਹੋ ਕੇ ਬੈਠ ਜਾਂਦਾ ਹੈ ਤੇ ਕਈਆਂ ਦੇ ਅੰਦਰ ਭਰਮ ਪੈਦਾ ਹੁੰਦਾ ਹੈ। ਉਹ ਭਰਮ ਕੀ ਹੈ? ਇਹ ਮਾਨਯੋਗ ਭਾਈ ਸਾਹਿਬ ਜੀ ਸਾਡੇ ਮਹਾਕਵੀ ਜੀ ਅੱਜ ਅੱਗੇ ਲਿਖਦੇ ਨੇ, ਔਰ ਜਿਵੇਂ ਜਿਵੇਂ ਨਾ ਉਹ ਤਰਤੀਬ ਦੇ ਰਹੇ ਨੇ। ਹਾਂਜੀ, ਮੈਂ ਕਹਿੰਦਾ ਗੁਰੂ ਸਾਹਿਬ ਤਾਂ ਧਨ ਹੈ ਨਹੀਂ, ਧਨ ਨਾ ਭਾਈ ਸੰਤੋਖ ਸਿੰਘ ਵੀ ਧਨ ਹੈ, ਮਹਾਕਵੀ ਵੀ ਧਨ ਹੈ। ਸਦੀਆਂ ਬਾਅਦ ਜਿਨ੍ਹਾਂ ਦੀ ਦ੍ਰਿਸ਼ਟੀ ਸਤਿਗੁਰਾਂ ਦੇ ਚਰਨਾਂ ਵਿੱਚ ਹੈ, ਤੇ ਬਿਲਕੁਲ ਇਉਂ ਹੈ ਉਹਨਾਂ ਦੀ ਦ੍ਰਿਸ਼ਟੀ ਤੇ ਉਹਨਾਂ ਦੀ ਹਾਜ਼ਰੀ ਜਿਵੇਂ ਆਪਣੇ ਸਨਮੁਖ ਬੈਠ ਕੇ ਨਾ ਸਾਰਾ ਕੁਝ ਹੁੰਦਿਆਂ ਵੇਖ ਰਹੇ ਹੋ। ਔਰ ਕੇਵਲ ਦੇਖਣ ਵਾਲੇ ਨਹੀਂ, ਮਹਾਨ ਵਿਦਵਾਨ, ਮਹਾਨ ਵਿਦਵਾਨ। 1843 ਦੇ ਵਿੱਚ ਇਹ ਸਾਰਾ ਗ੍ਰੰਥਾਵਲੀ ਸੰਪੂਰਨ ਹੋਈ ਹੈ। ਕਿੰਨੇ ਵਰੇ ਹੋ ਗਏ? ਪੌਣੇ 200 ਵਰੇ ਤੋਂ ਵਧੇਕ ਸਮਾਂ ਹੋ ਗਿਆ। ਭਾਈ ਸੰਤੋਖ ਸਿੰਘ ਹੋਰਾਂ ਤੋਂ, ਇਹਨਾਂ ਤੋਂ ਬਾਅਦ ਸਾਡੇ ਅੰਦਰ ਮੁੜ ਕੇ ਐਸਾ ਭਾਈ ਸੰਤੋਖ ਸਿੰਘ ਅਜੇ ਤੱਕ ਕੋਈ ਨਹੀਂ ਹੋਇਆ। ਪੌਣੇ 200 ਸਾਲ ਵਿੱਚ ਅੱਗੇ ਕਰਤਾਰ ਜਾਣੇ। ਤੇ ਮਾਨਯੋਗ ਜੀ ਫਿਰ ਜੋ ਵੇਖਦੇ ਨੇ, ਆਪਾਂ ਉਹਨਾਂ ਦੀ ਲਿਖਤ ਦੇ ਅਨੁਸਾਰ ਚੱਲਦੇ ਹੋਏ ਹਾਂ, ਸਹਿਜੇ ਸਹਿਜੇ ਵਿਚਾਰਦੇ ਹਾਂ, ਗੁਰਮਤਿ ਦੇ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਭਾਈ ਸਾਹਿਬ ਹੋਰਾਂ ਨੂੰ ਮੈਂ ਬੇਨਤੀ ਕਰਦਾ, ਅੱਗੇ ਸਰਵਣ ਕਰਵਾਓ। ਆਪ ਸਾਰੇ ਗੁਰਸਿੱਖ ਮਾਈ ਭਾਈ ਚੌਂਕੜੇ ਲਗਾ ਕੇ ਜਿਵੇਂ ਬੈਠੇ ਹੋ, ਸੁਰਤੀਆਂ ਜੋੜ ਕੇ ਰਸਨਾ ਪਵਿੱਤਰ ਕਰੀਏ ਜੀ। ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ, ਬੋਲੋ ਜੀ ਵਾਹਿਗੁਰੂ। ਕਬਿਤ ਜਾਣਿਓ ਸਭ ਸਿੱਧ, ਅਬ ਡਰਿਓ ਔਰ ਮਾਏ। ਇਹ ਭਰਮ ਕੀ ਆਇਆ? ਜਿਹੜੇ ਸਿੱਧ ਕੋਲ ਬੈਠੇ ਹੋਏ ਸਨ ਨਾ, ਉਹਨਾਂ ਦੇ ਅੰਦਰ ਇਹ ਭਰਮ ਆ ਗਿਆ ਬਈ ਨਾਨਕ ਇਹ ਸਾਰਾ ਕੁਝ ਵੇਖ ਕੇ, ਸਾਡੀਆਂ ਕਰਾਮਾਤਾਂ ਵੇਖ ਕੇ ਤੇ ਡਰ ਗਿਆ। ਦੂਨੇ ਗਰਬਾਏ ਚਾਏ ਚਿੱਤ ਮੈਂ ਬੜਾਇਓ ਐ। ਜਦੋਂ ਵੇਖਿਆ ਨਾ ਕਿ ਇਹ ਹੁਣ ਚੁੱਪ ਜਿਹਾ ਕਰਕੇ ਖਾਮੋਸ਼ ਹੋ ਕੇ ਬੈਠ ਗਿਆ, ਡਰ ਗਿਆ ਹੈ, ਤੇ ਫਿਰ ਦੂਣੋਂ ਗਰਬਾਏ। ਜਿੰਨਾ ਪਹਿਲਾਂ ਅੰਦਰ ਹੰਕਾਰ ਸੀ ਨਾ, ਹੰਕਾਰ ਹੋਰ ਦੂਣ ਸਵਾਇਆ ਹੋ ਗਿਆ ਜੀ। ਆਏ ਕੇ ਨਿਕਟ ਬੋਲੇ ਬਚਨ ਬਿਕਟ ਤਬ। ਜਿਹੜੇ ਉੱਡਦੇ ਸਨ ਤੇ ਸਾਰਾ ਕੁਝ ਕਰਦੇ ਪਏ ਸਨ, ਜਾਦੂਗਰੀਆਂ ਜੀਆਂ ਕਰਦੇ ਪਏ ਸਨ, ਵੇਖ ਕੇ ਨਾ ਵੀ ਕੋਈ ਜਵਾਬ ਨਹੀਂ ਨਾ ਹੁਣ ਹੈਗਾ, ਕਿਉਂਕਿ ਕਰ ਕੁਛ ਨਹੀਂ ਸਕਦਾ ਹੈਗਾ। ਇਸ ਲਈ ਹੰਕਾਰ ਦੇ ਵਿੱਚ ਆ ਕੇ ਕੋਲ ਬੈਠ ਕੇ ਕਹਿਣ ਲੱਗੇ, ਦੇਖ ਸਭ ਸਿੱਧਨ ਕੀ ਸਿੱਧ ਜੋ ਲਗਾਇਓ ਐ। ਨਾਨਕ ਦੇਖੀ ਤੂੰ ਸਿੱਧਾਂ ਦੀ ਸਿੱਧੀ, ਦੇਖ ਲਈ ਆਪਣੀ ਅੱਖਾਂ ਦੇ ਨਾਲ ਸਿੱਧਾਂ ਦੀ ਸਿੱਧੀ, ਸਿੱਧਾਂ ਦੀ ਸ਼ਕਤੀ। ਸੀਖ ਲੀਨੇ ਬੋਲ ਮੇਰੇ ਤੇਰੇ ਪਾਸ ਬੈਸ ਕਰ। ਗੱਲ ਇਹ ਹੈ ਕਿ ਮੇਰੇ ਕੋਲ ਬੈਠ ਕੇ, ਤੁਹਾਡੇ ਕੋਲ ਆ ਕੇ ਅਸੀਂ ਬਹਿ ਗਏ ਆ ਨਾ, ਸਾਡੇ ਕੋਲੋਂ ਸਿੱਖਿਆ ਲੈ ਲਓ ਤੁਸੀਂ, ਲੇਕਿਨ ਸਿੱਖਿਆ ਪੱਲੇ ਬੰਨ ਲਓ ਸਾਡੇ ਕੋਲੋਂ ਜੀ।
ਤਪਾ ਕੋ ਕਹਾਏ ਜਗ ਰਿਦੇ ਗਰਭਾਇਓ ਐ। ਐਵੇਂ ਆਪਣੇ ਆਪ ਨੂੰ ਤੂੰ ਤਪਾ ਸਮਝਦਾ ਹੈ ਤੇ ਲੋਕਾਂ ਕੋਲੋਂ ਤਪਾ ਕਹਾਉਂਦਾ ਹੈ ਤੇ ਐਵੇਂ ਹੰਕਾਰ ਵਿੱਚ ਫੁੱਲਿਆ ਫਿਰਦਾ ਹੈ ਤੂੰ। ਵਾਹਿਗੁਰੂ। ਮਾਨਤ ਨਾ ਬਾਤ ਸਮਝਾਇਓ ਭਲੀ ਭਾਂਤ। ਅਸੀਂ ਤੁਹਾਨੂੰ ਚੰਗੀ ਤਰ੍ਹਾਂ ਭਲੀ ਭਾਂਤ ਸਮਝਾਇਆ, ਸਾਡੀ ਗੱਲ ਮੰਨ ਲਓ, ਪਰ ਤੁਸੀਂ ਕੋਈ ਗੱਲ ਮੰਨਦੇ ਹੋ ਸਾਡੀ? ਅਬ ਦੇਖੀ ਕਰਾਮਾਤ ਤੋਏ ਤੂਸ਼ਨ ਕਰਾਇਓ ਐ। ਹੁਣ ਤੈਨੂੰ ਕਰਾਮਾਤ ਵਿਖਾ ਕੇ ਚੁੱਪ ਕਰਾਤਾ ਨਾ। ਵਾਹਿਗੁਰੂ। ਹੁਣ ਤੈਨੂੰ ਆਪਣੀ ਕਰਾਮਾਤ ਵਿਖਾ ਕੇ ਚੁੱਪ ਕਰਾਤਾ ਨਾ। ਇਸ ਢੰਗ ਦੇ ਨਾਲ ਨਾ ਧਮਕ ਭਰੇ ਬਚਨ, ਅੰਗਰੇਜ਼ੀ ਵਾਲੇ ਕਹਿੰਦੇ ਨੇ ਪ੍ਰੋਵੋਕੇਟਿਵ, ਭੜਕਾਊ ਐਸੇ ਬਚਨ ਕਰਦੇ ਨੇ, ਨਿਰਾਦਰੀ ਭਰੇ ਬਚਨ ਕਰਦੇ ਨੇ ਸਤਿਗੁਰਾਂ ਦੇ ਨਾਲ। ਕਬਿਤ ਅਜਹੁ ਲੋ ਸਿੱਧ ਬੇਕ ਲਿਓ ਨਿਰਵਾਰੋ ਹੱਠ। ਅਜੇ ਵੀ ਤੁਸੀਂ ਸਮਝ ਜਾਓ, ਆਪਣਾ ਹੱਠ ਛੱਡ ਦਿਓ, ਆਪਣੀ ਜ਼ਿੱਦ ਛੱਡ ਦਿਓ। ਗੋਰਖ ਕੇ ਚੇਲੇ ਓਏ ਮੁੰਦਾ ਕਾਨ ਪਾਈਏ। ਗੋਰਖ ਦੇ ਚੇਲੇ ਬਣ ਜਾਓ ਤੁਸੀਂ। ਉਹ ਗੋਰਖ ਦੇ ਜਿਹਨੂੰ ਨਾ ਨਾਥ ਪੰਥ ਆਖਿਆ ਜਾਂਦਾ ਸੀ, ਗੋਰਖਨਾਥ ਦੇ ਨਾਂ ਤੇ ਜਿਹੜਾ ਚੱਲ ਰਿਹਾ ਸੀ। ਸੈਕਸ਼ਨ ਹੋ ਗਿਆ ਇਹਨਾਂ ਦੇ, ਮਛੰਦਰ ਦਾ ਸੈਕਸ਼ਨ ਅਲੱਗ ਸੀ, ਅਗਾਂ ਫਿਰ ਗੋਰਖ ਦਾ ਸੈਕਸ਼ਨ ਜਿਹੜਾ ਸੀ ਅਲੱਗ ਹੋ ਗਿਆ। ਇਸ ਵੇਲੇ ਜਿਵੇਂ ਮਾਣਯੋਗ ਭਾਈ ਸਾਹਿਬ ਹੋਰਾਂ ਦੀ ਇਨਫੋਰਮੇਸ਼ਨ ਹੈ, ਉਸ ਦੇ ਅਨੁਸਾਰ ਇਹ ਜਿਤਨਾ, ਜਿਹਨੂੰ ਅਸੀਂ ਕਹਿ ਦਈਏ ਜਿੰਨਾ ਲਾਣਾ ਜੁੜਿਆ ਹੋਇਆ ਸੀ ਸਾਰਾ, ਇਹ ਗੋਰਖਨਾਥੀਆਂ ਦਾ ਸੀ। ਤਾਂ ਇਹਨਾਂ ਨੇ ਆਖਿਆ ਤੁਸੀਂ ਇਹ ਜ਼ਿੱਦ ਛੱਡ ਦਿਓ, ਹੱਠ ਨਾ ਕਰੋ ਤੇ ਤੁਸੀਂ ਗੋਰਖਨਾਥ ਦੇ ਚੇਲੇ ਬਣ ਜਾਓ। ਸਭ ਕੇ ਸਮਾਨ ਬਨ ਜੋਗ ਕੋ ਨਿਦਾਨ ਹੋਵੋ। ਔਰ ਸਾਡੇ ਵਾਂਗੂ ਤੁਸੀਂ ਵੀ ਸਿੱਧ ਬਣ ਜਾਓ। ਔਰ ਜੋਗ ਕੋ ਨਿਧਾਨ ਬਣ, ਯੋਗ ਦਾ ਖਜ਼ਾਨਾ। ਹਾਂਜੀ, ਤੁਹਾਡੇ ਜੈਸਾ ਜਿਹੜਾ ਯੋਗ ਵਧੇਰੇ ਕਾਬਲ ਸਿੱਧ ਹੁੰਦਾ ਹੈ, ਉਹਦੇ ਪਾਸ ਯੋਗਾ ਦੀਆਂ ਸਿੱਧੀਆਂ ਆ ਜਾਂਦੀਆਂ ਨੇ। ਤੁਸੀਂ ਖਜ਼ਾਨੇ ਵਾਲੇ ਬਣ ਜਾਓ। ਬਚਨ ਕੋ ਮਾਨ ਕੇ ਵਿਭੂਤ ਤਨ ਲਾਈਏ। ਸਾਡਾ ਬਚਨ ਮੰਨ ਲਓ ਤੇ ਆਪਣੇ ਸਰੀਰ ਤੇ ਵਿਭੂਤੀ ਲਗਾਓ। ਜਰਾ ਦੁੱਖ ਜਾਏ ਰਹੋ ਸਿੱਧਨ ਕੇ ਮਾਹੇ ਸਦਾ। ਔਰ ਜੇ ਤੁਸੀਂ ਇਹ ਗੱਲ ਮੰਨ ਲਓਗੇ ਤੇ ਤੁਸੀਂ ਸਦਾ ਹੀ ਜਵਾਨ ਬਣੇ ਰਹੋਗੇ। ਜਿਵੇਂ ਹੁਣ ਜਵਾਨ ਹੋ ਨਾ, ਇਹ ਜਵਾਨੀ ਸਦਾ ਤੁਹਾਡੇ ਸਰੀਰ ਤੇ ਤੁਹਾਡੇ ਤਨ ਤੇ ਬਣੀ ਰਹੇਗੀ। ਕਲਾਵਾਨ ਹੋਏ ਕੈ ਜਗਤ ਤੇ ਪੁਜਾਈਏ। ਕਲਾਵਾਨ ਹੋਏ ਕੈ ਜਗਤ ਤੇ ਪੁਜਾਈਏ। ਲਓ, ਇਹ ਗੱਲ ਸੀ ਸਾਰੀ। ਕਲਾਵਾਨ ਹੋਣਾ ਭਾਵ ਸ਼ਕਤੀ ਵਾਲਾ ਹੋਣਾ, ਸ਼ਕਤੀਆਂ ਵਾਲਾ ਹੋ ਕੇ ਅਜ਼ਮਤੀ ਬਣ ਕੇ ਜਗਤ ਤੇ ਪੁਜਾਈਏ, ਲੋਕਾਂ ਕੋਲ ਪੂਜਾ ਕਰਾਓ। ਜੇ ਇਉਂ ਆਖਿਆ ਜਾਵੇ ਨਾ, ਅਸੀਂ ਸਮਝੀਏ ਬਈ ਆਹ ਸਾਰਾ ਕੁਝ ਜਿਤਨਾ ਇਹ ਸਾਧਨਾ ਕਰਦੇ ਨੇ, ਜੋ ਕੁਝ ਵੀ ਹੈ, ਮੈਂ ਤਾਂ ਇਹਨੂੰ ਆਖਾਂਗਾ ਪੰਜਾਬੀ 'ਚ ਸਭ ਟੰਟਿਆਂ ਵਿੱਚ ਪਏ ਹੋਏ ਸਨ ਜਿਹੜੇ। ਕਾਹਦੇ ਵਾਸਤੇ? ਫਾਰ ਵਾਟ? ਲੋਕਾਂ ਵਿੱਚ ਸਾਡੀ ਪੂਜਾ ਹੋਵੇ, ਲੋਕਾਂ 'ਚ ਸਾਡੀ ਮਾਨਤਾ ਹੋਵੇ। ਤੇ ਤੁਸੀਂ ਐਵੇਂ ਕਰੋ, ਸਾਡੀ ਗੱਲ ਲਵੋ ਮੰਨ। ਤੁਸੀਂ ਐਵੇਂ ਤਪਾ ਆਪਣੇ ਆਪ ਨੂੰ ਕਹਾਉਂਦੇ ਹੋ। ਤੁਸੀਂ ਯੋਗ ਸਿੱਖਿਆ ਲਵੋ, ਸਾਧਨਾ ਕਰੋ, ਔਰ ਜਿਵੇਂ ਅਸੀਂ ਯੋਗੀ ਚੱਲਦੇ ਹਾਂ ਉਵੇਂ ਤੁਸੀਂ ਚੱਲੋ, ਸਾਡੇ ਨਾਲ ਰਲ ਕੇ ਬੈਠੋ। ਯੋਗ ਦਾ ਖਜ਼ਾਨਾ ਤੁਸੀਂ ਪ੍ਰਾਪਤ ਕਰ ਲਓ ਤੇ ਲੋਕਾਂ ਕੋਲ ਪੂਜਾ ਕਰਵਾਓ ਜੀ। ਕਹਿ ਤੋ ਚੇਲੋ ਹੋਈਏ ਨਾ ਤੋ ਸ਼ਕਤ ਦਿਖਾਈਏ ਅਬ। ਹੁਣ ਦੇਖਣਾ, ਮੈਂ ਜਿਸ ਵੇਲੇ ਵਿਚਾਰ ਰਿਹਾ ਸਾਂ ਝਟਾਪਟ, ਮੇਰੇ ਸਾਹਮਣੇ ਨਾ ਇੱਕ ਨੁਕਤਾ ਆਇਆ। ਇਹ ਪੰਕਤੀ ਪੜ੍ਹ ਕੇ ਸੁਣ ਕੇ ਫਿਰ ਆਖਿਓ ਜੇ ਕਹਿ ਦੋ, ਕਹਿ ਤੋ ਚੇਲੋ ਹੋਈਏ ਨਾ ਤੋ ਸ਼ਕਤ ਦਿਖਾਈਏ ਅਬ। ਜਾਂ ਤਾਂ ਚੇਲੇ ਬਣ ਜਾਓ ਤੇ ਜਾਂ ਸ਼ਕਤੀ ਵਿਖਾਓ। ਕਿ ਤੋ ਚੇਲੇ ਹੋਈਏ ਨਾ ਹੈ ਸ਼ਕਤੀ ਦਿਖਾਵੋ ਅਬ, ਨਹੀਂ ਤੇ ਫਿਰ ਸ਼ਕਤੀ ਵਿਖਾਓ ਤੁਸੀਂ ਜੀ। ਦੋ ਮੈਂ ਇੱਕ ਕਹੀਏ ਨਿਜ ਪ੍ਰਾਨ ਕੋ ਬਚਾਈਏ। ਦੋ ਮੈਂ ਇੱਕ ਕਹੀਏ ਨਿਜ ਪ੍ਰਾਣ ਕੋ ਬਚਾਈਏ। ਆਪਣੀ ਜਾਨ ਬਚਾ ਲਓ ਤੁਸੀਂ। ਹੁਣ ਤੁਸੀਂ ਦੇਖੋ ਸਹੀ, ਦੋ ਪੱਖ ਸਾਡੇ ਸਾਹਮਣੇ ਆਉਂਦੇ ਨੇ।
ਕਿਸੇ ਪ੍ਰਕਾਰ ਦੀ ਵੀ ਵਿਦਿਆ ਜਿਹੜੀ ਹੈ ਨਾ, ਜਿਨ੍ਹਾਂ ਬੰਦਿਆਂ ਕੋਲ ਆ ਜਾਂਦੀ ਤੇ ਵਿਦਿਆ ਦੇ ਨਾਲ ਅਭਿਮਾਨ ਆ ਜਾਂਦਾ ਹੈ, ਉਹ ਜ਼ਾਲਮ ਹੀ ਬਣ ਜਾਂਦੇ, ਜ਼ਾਲਮ ਹੀ ਬਣ ਜਾਂਦੇ। ਵਿਦਿਆ ਵੀ ਬੜੀ ਸ਼ਕਤੀ ਹੁੰਦੀ ਹੈ, ਬੜੀ ਸੱਤਾ ਹੁੰਦੀ ਹੈ, ਮਾੜੀ ਮੋਟੀ ਬਾਤ ਨਹੀਂ ਹੁੰਦੀ। ਪਰ ਸਿਆਣੇ ਸੱਜਣ ਨੇ ਆਖਿਆ, ਜੇ ਤਾਂ ਵਿਦਿਆ ਪ੍ਰਾਪਤ ਕਰਕੇ ਤੇ ਨਿਰਅਭਿਮਾਨ ਕੋਈ ਹੋ ਜਾਏ, ਨਿਮਰਤਾ ਵਿੱਚ ਆ ਜਾਏ, ਉਸ ਵਰਗਾ ਤਾਂ ਪਵਿੱਤਰ ਵਿਅਕਤੀ ਕੋਈ ਨਹੀਂ, ਨਾ ਸ਼ਖਸੀਅਤ ਹੀ ਕੋਈ ਨਹੀਂ। ਜੇ ਕਿਤੇ ਵਿਦਵਾਨ ਬਣ ਕੇ ਤੇ ਅਭਿਮਾਨੀ ਹੋ ਜਾਏ, ਉਹਦੇ ਵਰਗਾ ਜ਼ਾਲਮ ਹੀ ਕੋਈ ਨਹੀਂ ਹੁੰਦਾ। ਕਹਿੰਦੇ ਨੇ, ਨਿਜ ਜਾਨ ਕੋ ਬਚਾਈਏ, ਆਪਣੀ ਜਾਨ ਬਚਾ ਲਓ। ਦੋਵਾਂ ਵਿੱਚੋਂ ਇੱਕ ਕੰਮ ਕਰੋ, ਜਾਂ ਤਾਂ ਸਾਡੇ ਚੇਲੇ ਹੋ ਜਾਓ ਤੇ ਜਾਂ ਫਿਰ ਸ਼ਕਤੀ ਵਿਖਾਓ, ਜਿਵੇਂ ਅਸੀਂ ਵਿਖਾਈ ਹੈ। ਸੰਗਤ ਜੀ, ਮੈਂ ਇਉਂ ਵਿਚਾਰ ਰਿਹਾ ਸੀ, ਜਿਹੜਾ ਦੂਜਾ ਨੁਕਤਾ ਹੈ, ਜਦੋਂ ਤੁਹਾਨੂੰ ਇਸ ਢੰਗ ਦਾ ਚੈਲੰਜ ਕੀਤਾ ਜਾਂਦਾ ਲਗਾਤਾਰ, ਫਿਰ ਕੀ ਕਰਨਾ ਚਾਹੀਦਾ? ਫਿਰ ਕੀ ਕਰਨਾ ਚਾਹੀਦਾ? ਕੀ ਕਰੋਗੇ ਤੁਸੀਂ? ਜਦੋਂ ਸਤਿਗੁਰੂ ਮਹਾਰਾਜ ਕੋਈ ਲੜਨ ਵਾਸਤੇ ਨਹੀਂ ਗਏ, ਭਿੜਨ ਵਾਸਤੇ ਨਹੀਂ ਗਏ, ਕੋਈ ਵਿਵਾਦ ਕਰਨ ਵਾਸਤੇ ਨਹੀਂ ਗਏ, ਸੁਮੇਰ ਤੇ ਕਬਜ਼ਾ ਕਰਨ ਵਾਸਤੇ ਨਹੀਂ ਗਏ, ਗੱਲ ਕੋਈ ਹੈ ਨਹੀਂ, ਸਿਰਫ ਉਹਨਾਂ ਦੀ ਪ੍ਰਭਤਾ ਨੂੰ ਚੈਲੰਜ ਹੈ ਨਾ, ਪ੍ਰਭਤਾ ਨੂੰ, ਵਡਿਆਈ ਨੂੰ ਚੈਲੰਜ ਹੈ ਨਾ। ਇਹ ਗੱਲ ਉਹਨਾਂ ਨੇ ਬੁੱਝ ਲਈ ਸੀ, ਸਮਝ ਲਈ ਸੀ। ਜਿਵੇਂ ਮਾਣਯੋਗ ਭਾਈ ਸਾਹਿਬ ਗੁਰਦਾਸ ਜੀ ਹੋਣੀ, ਮਾਣਯੋਗ ਜੀ ਲਿਖਦੇ ਨੇ, ਸਭ ਸਿੱਧੀ ਇਹ ਬੁੱਝਿਆ, ਕਲ ਤਾਰਨ ਨਾਨਕ ਅਵਤਾਰਾ। ਉਹ ਸਮਝ ਗਏ ਸਨ, ਬਰਦਾਸ਼ਤ ਨਹੀਂ ਕਰ ਸਕਦੇ ਸਨ, ਔਰ ਉਹਨਾਂ ਨੇ ਇੱਕ ਦਾਅ ਖੇਡਿਆ। ਉਹ ਸਮਝਦੇ ਸਨ, ਅਸੀਂ ਨਹੀਂ ਕਦੀ ਸੁਣਿਆ। ਹਾਲ ਕੇ ਸਾਡੇ ਵਿਦਵਾਨ ਸੱਜਣ ਡਾਕਟਰ ਕਿਰਪਾਲ ਸਿੰਘ, ਹੋਰ ਮਾਣਯੋਗ ਸੁਰਿੰਦਰ ਸਿੰਘ ਜੀ ਕੋਹਲੀ ਹੋਣੀ, ਤੇ ਹੋਰ ਕੁਝ ਵਿਦਵਾਨ ਲੱਭਦੇ ਨੇ, ਗਿਆਨੀ ਗਿਆਨ ਸਿੰਘ ਹੋਣੀ ਵੀ ਦੇਖਦੇ ਨੇ ਕਿ ਐਸੇ ਜਿਹੜੇ ਸਿੱਧ ਸਨ ਨਾ, ਜਦੋਂ ਸਤਿਗੁਰੂ ਮਹਾਰਾਜ ਸੁਲਤਾਨਪੁਰ ਟਿਕੇ ਹੋਏ ਸਨ, ਇਹ ਉੱਥੇ ਵੀ ਆਇਆ ਕਰਦੇ ਸਨ। ਤੇ ਇਨਫੋਰਮੇਸ਼ਨ ਤਾਂ ਅੱਗੇ ਚੱਲਦੀ ਹੈ ਨਾ। ਫਿਰ ਉਹਨਾਂ ਨੂੰ ਪਤਾ ਸੀ ਵੀ ਜਿਵੇਂ ਅਸੀਂ ਸਾਧਨਾ ਸਾਧਦੇ ਹਾਂ, ਇਹਨੇ ਤਾਂ ਸਾਧਨਾ ਕੀਤੀ ਕੋਈ ਨਹੀਂ, ਤੇ ਫਿਰ ਜੇ ਸਾਧਨਾ ਨਹੀਂ ਕੀਤੀ ਤੇ ਜਿਹੜਾ ਕੁਝ ਸਾਡੇ ਕੋਲ ਹੈ ਉਹ ਇਹਦੇ ਕੋਲ ਹੋ ਨਹੀਂ ਸਕਦਾ। ਇਸ ਲਈ ਇਹਨਾਂ ਨੇ, ਜਿਵੇਂ ਕਹਿੰਦੇ ਨੇ ਨਾ, ਇਹ ਪੈਂਤੜਾ ਇੱਕ ਵਰਤਿਆ, ਇੱਕ ਪੱਤਾ ਖੇਡਿਆ। ਜਾਂ ਤਾਂ ਸਾਡੇ ਵਾਂਗੂ ਕਰੋ, ਸਾਨੂੰ ਕਰਕੇ ਵਿਖਾਓ, ਨਹੀਂ ਤਾਂ ਸਾਡੇ ਚੇਲੇ ਹੋ ਜਾਓ। ਤੇ ਜੇ ਦੋਵੇਂ ਕੰਮ ਨਹੀਂ ਕਰਨੇ, ਫਿਰ ਤੁਹਾਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਣਗੇ। ਵਾਹਿਗੁਰੂ ਜੀ। ਸੋਨੇ ਅਸ ਬੈਨ ਮੁਸਕਾਨੇ ਗਤ ਦੇਨ। ਸੁਣੇ ਅਸਬੈਨ, ਇਹ ਬਚਨ ਸੁਣੇ ਸਤਿਗੁਰੂ ਮਹਾਰਾਜ ਸੁਣ ਕੇ ਤੇ ਮੁਸਕਰਾ ਪਏ। ਸਭ ਸ਼ਕਤ ਕੇ ਐਨ ਬੋਲੇ ਸਹਿਜ ਸੁਭਾਇ ਕੈ। ਸਭ ਸ਼ਕਤ ਇੱਕ ਐਨ, ਐਨ ਕਹਿੰਦੇ ਨੇ ਘਰ ਨੂੰ। ਵਾਹ, ਕਿਹੜੀ ਸ਼ਕਤੀ ਪਰਮੇਸ਼ਰ ਦੇ ਕੋਲ ਨਹੀਂ ਹੁੰਦੀ, ਤੇ ਪਰਮੇਸ਼ਰ ਦੇ ਰੂਪ ਗੁਰੂ ਨਾਨਕ ਦੇ ਕੋਲ ਸ਼ਕਤੀ ਕਿਹੜੀ ਨਹੀਂ ਸੀ ਹੈਗੀ ਹੈ। ਅਸੀਂ ਬੰਦੇ ਉਹਨਾਂ ਨੂੰ ਬੰਦਿਆਂ ਵਾਂਗ ਹੀ ਵੇਖੀਏ, ਕੇਵਲ ਇਹ ਕਹਿ ਕੇ ਕਿ ਉਹਨਾਂ ਨੂੰ ਮਾਤਾ ਤ੍ਰਿਪਤਾ ਜੀ ਨੇ ਜਨਮ ਦਿੱਤਾ ਹੈ, ਪਿਤਾ ਕਾਲੂ ਜੀ ਦੀ ਕਲਿਆਣ ਚੰਦ ਹੋਰਾਂ ਦੇ ਸਪੁੱਤਰ ਸਨ। ਇੰਨੀ ਗੱਲ ਹੀ ਪਕੜ ਕੇ ਅਸੀਂ ਸਮਝੀਏ ਵੀ ਜਿਵੇਂ ਅਸੀਂ ਬੰਦੇ ਆ ਐਵੇਂ ਉਹ ਬੰਦੇ ਸਨ। ਅਸੀਂ ਕਦੀ ਨਾ ਭੁੱਲੀਏ, ਕਦੀ ਨਾ ਭੁੱਲੀਏ ਗੁਰੂ ਨਾਨਕ ਦੇਵ ਗੋਬਿੰਦ ਰੂਪ, ਕਦੀ ਨਾ ਭੁੱਲੀਏ। ਆਪ ਨਾਰਾਇਣ, ਬੋਲੋ ਸਾਰੇ, ਆਪ ਨਾਰਾਇਣ ਕਲਾ ਤਹਾਰ ਜਗ ਮੈਂ ਪਰਵਰਿਆ। ਕੋਈ ਹੋਰ ਨਹੀਂ ਸੀ ਹੈ, ਹੋਰ ਨਹੀਂ ਸਨ ਕੁਛ, ਇਹੀ ਸਨ। ਪਰਮੇਸ਼ਰ ਰੂਪ ਸਨ, ਕਰਤਾਰ ਦਾ ਰੂਪ ਸਨ। ਹਾਂ, ਔਰ ਮਾਨਯੋਗ ਭਾਈ ਸਾਹਿਬ ਹੋਰੀ ਨਾ, ਭਾਈ ਨੰਦ ਲਾਲ ਸਾਹਿਬ ਬੜੇ ਪਿਆਰ ਦੇ ਨਾਲ ਲਿਖਦੇ ਨੇ। ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕਰਨ ਲੱਗਦੇ ਨੇ ਤਾਂ ਅਸੀਂ ਉਹ ਸਾਨਾ ਵਿੱਚ ਵੀ ਤੇ ਗੰਜਨਾਮਾ ਦੇ ਵਿੱਚ ਵੀ ਲਿਖਦੇ ਨੇ ਪਿਆਰ ਨਾਲ। ਪਰਮੇਸ਼ਰ ਨੇ ਆਖਿਆ, ਕਰਤਾਰ ਨੇ ਆਖਿਆ, ਨਾਨਕ ਕੁਝ ਲੋਕ ਮੇਰਾ ਨਾਂ ਲੈ ਲੈ ਕੇ ਥੋੜੀ ਥੋੜੀ ਸਾਧਨਾ ਕਰਕੇ ਤੇ ਰੱਬ ਬਣੇ ਬੈਠੇ ਨੇ, ਮੇਰੇ ਸ਼ਰੀਕ ਬਣੇ ਬੈਠੇ ਨੇ। ਤੂੰ ਜਾ, ਜੋ ਤੂੰ ਆਖੇਗਾ ਹੋਵੇਗਾ।
ਮੈਂ ਤੇਰੇ ਅੰਦਰ ਹਾਂ, ਜਾ। ਤੇ ਐਸੇ ਵਿਗੜਿਆਂ ਹੋਇਆਂ ਨੂੰ ਨਾ ਤੂੰ ਸਿੱਧੇ ਰਾਹ ਪਾ। ਇਹ ਸ਼ਬਦਾਵਲੀ ਹੈ ਉਹਨਾਂ ਦੀ, ਵਿਗੜਿਆਂ ਹੋਇਆਂ ਨੂੰ। ਤੇ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਆਖਦੇ ਨੇ, ਕਹਿੰਦੇ ਨੇ ਪਰਮੇਸ਼ਰ ਜਿਹੜੇ ਇੰਨੇ ਹੀ ਵਿਗੜੇ ਨੇ, ਜਿਹੜੇ ਤੇਰੇ ਸ਼ਰੀਕ ਬਣੇ ਬੈਠੇ ਨੇ, ਮੇਰੇ ਵਿੱਚ ਕੀ ਪਾਇਆ ਹੈ, ਕੀ ਸ਼ਕਤੀ ਵੀ ਮੈਂ ਉਹਨਾਂ ਨੂੰ ਸਿੱਧੇ ਰਾਹ ਪਾਵਾਂ। ਲੇਕ ਹੁਕਮਤ, ਪਰ ਤੁਹਾਡਾ ਹੁਕਮ ਵਜਾ ਸਾਨੀ, ਮੈਂ ਤੁਹਾਡਾ ਹੁਕਮ ਵਜਾਵਾਂਗਾ, ਮੈਂ ਤੁਹਾਡਾ ਹੁਕਮ ਵਜਾਵਾਂਗਾ, ਮੈਂ ਤੁਹਾਡਾ ਬੰਦਾ ਬਣ ਕੇ ਵਿਚਰਾਂਗਾ। ਬੰਦਾ ਤੋਮ, ਮੈਂ ਤੁਹਾਡਾ ਬੰਦਾ ਹਾਂ, ਬੰਦਾ ਬਣ ਕੇ ਵਿਚਰਾਂਗਾ। ਕਿਰਪਾ ਤੁਸੀਂ ਹੀ ਕਰਨੀ ਹੈ ਸਾਰੀ, ਮਾਲਕ ਤੁਸੀਂ ਹੋ ਸਾਰੇ। ਵਾਹਿਗੁਰੂ। ਇਸ ਲਈ ਫਿਰ ਮੁਸਕਰਾਉਂਦੇ ਨੇ, ਤੇ ਮੁਸਕਰਾ ਕੇ ਫਿਰ ਕੀ ਕਰਦੇ ਨੇ? ਕੌਸ ਤੂੰ ਹਮਾਰੀ ਅਬ ਹੋਈਏ ਆਕਾਸ਼ ਚਾਰੀ। ਮਾਨਯੋਗ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਮਾਂ ਕਵੀ ਜੀ ਕਹਿੰਦੇ ਨੇ, ਹਜ਼ੂਰ ਨੇ ਆਪਣੀ ਖੜਾਮ ਵੱਲ ਤੱਕਿਆ, ਕੌਂਸ ਵੱਲ ਤੱਕਿਆ, ਆਪਣੀ ਚਰਨਦਾਸੀ ਵੱਲ ਤੱਕਿਆ, ਤੇ ਚਰਨਦਾਸੀ ਵੱਲ ਤੱਕ ਕੇ ਕਹਿਣ ਲੱਗੇ, ਤੂੰ ਹੁਣ ਨਾ ਬਣ ਆਕਾਸ਼ਚਾਰੀ। ਅੱਗੇ ਤਾਂ ਤੂੰ ਪੈਰਾਂ ਥੱਲੇ ਸਨ, ਚਰਨਾਂ ਦੀ ਦਾਸੀ ਸੈਂ ਤੂੰ, ਹੁਣ ਜਰਾ ਨਾ ਆਕਾਸ਼ ਵਿੱਚ ਉਡਾਰੀਆਂ ਲਗਾ ਥੋੜੀਆਂ ਜੀ। ਆਨ ਤੂੰ ਉਤਾਰੀ ਨਿਜ ਬਲ ਦਿਖ ਰਾਏ ਕੈ। ਔਰ ਇਹ ਸਾਰੇ ਜਿਹੜੇ ਉੱਤੇ ਉੱਡੇ ਫਿਰਦੇ ਨੇ ਤੇ ਕਰਦੇ ਫਿਰਦੇ ਨੇ ਨਾ, ਇਹਨਾਂ ਸਾਰਿਆਂ ਨੂੰ ਥੱਲੇ ਲਾ ਲਿਆ ਹੁਣ ਜਾ ਕੇ ਜੀ। ਸੋਨੇ ਜਬ ਵਾਕ ਤਾਤ ਕਾਲ ਆਸਮਾਨ ਗਈ। ਜਿਉਂ ਹੀ ਵਾਕ ਇਹ ਸੁਣਿਆ, ਤਾਤ ਕਾਲ ਆਸਮਾਨ ਗਈ। ਪੈਰਾਂ ਦੀ ਖੜਾਮ, ਚਰਨਦਾਸੀ ਫੌਰਨ ਅਸਮਾਨ ਵਿੱਚ ਉੱਡੀ। ਸਿੱਧਨ ਕੀ ਸ਼ਕਤਾ ਜੋ ਦਈ ਵਿੱਚ ਲਾਇ ਕੈ। ਸਿੱਧਾਂ ਅੰਦਰ ਜਿੰਨੀ ਸ਼ਕਤੀ ਸੀ, ਸਿੱਧੀਆਂ ਸਾਨਣਾ ਸਾਰੀਆਂ ਖੰਡਾ ਦਿੱਤੀਆਂ। ਸ਼ਬਦ ਵਰਤਿਆ ਮਾਨਯੋਗ ਜੀ ਨੇ, ਅੱਗੇ ਚੱਲ ਕੇ ਫਿਰ ਆਵੇਗਾ ਵਿਚਲਾਉਣਾ ਸ਼ਬਦ। ਵਿਚਲਾਉਣਾ ਕੀ ਹੁੰਦਾ ਹੈ ਭਲਾ? ਖੰਡਾ ਦੇਣਾ। ਕੀ ਖੰਡਾ ਦੇਣਾ? ਇਹ ਸਾਰੀ ਜਿਤਨੀ ਸਾਧਨਾ ਹੁੰਦੀ ਹੈ ਮਨ ਦੀ ਇਕਾਗਰਤਾ ਤੇ ਹੁੰਦੀ ਹੈ। ਮਨ ਦੀ ਬਿਰਤੀ ਖੰਡਾ ਦਿਓ, ਸਾਧਨਾ ਫਿਰ ਹੋਈ ਸਾਰੀ। ਔਰ ਐਸੀ ਹੀ ਕਲਾ ਵਾਪਰੀ ਜੀ। ਜੈਸੇ ਹੋਏ ਬਟੇਰਾ ਤੈਂ ਪਾਛੇ ਬਾਜ ਛੋਰਾ। ਹੁਣ ਭਾਈ ਸਾਹਿਬ ਹੋਰੀ ਮਹਾਨ ਕਵੀ ਨੇ, ਮੈਂ ਵਾਰ-ਵਾਰ ਕਹਿ ਰਿਹਾ, ਤੁਸੀਂ ਤਾਂ ਰੋਜ਼ ਸੁਣਦੇ ਹੋ ਨਾ, ਪਰ ਮੈਂ ਜਦੋਂ ਵੀ ਕਿਤੇ ਉਹਨਾਂ ਦੇ ਕੋਲ ਬੈਠਦਾ ਮੈਂ ਮਾਣ ਕਰਦਾ ਇਹਨਾਂ ਤੇ। ਮਹਾਨ ਕਵੀ ਨੇ ਸਾਡੇ। ਔਰ ਦੇਖੋ ਇੱਕ ਕਵਿਤ ਉਹਨਾਂ ਨੇ ਰਚਨ ਕੀਤਾ, ਜਿਸ ਦੇ ਵਿੱਚ ਉਹ ਜਿਹੜੀ ਕੌਂਸ ਉੱਡੀ ਹੋਈ, ਐਂ ਕਹਿ ਲਈਏ ਇਹਨਾਂ ਦਾ ਫਿਰ ਸ਼ਿਕਾਰ ਕਰਦੀ ਹੈ, ਉਹਨੂੰ ਉਦਾਹਰਨਾਂ ਦਿੱਤੀਆਂ। ਕਿਵੇਂ ਉਦਾਹਰਨਾਂ ਦਿੱਤੀਆਂ? ਪਹਿਲੀ ਕੀ ਉਦਾਹਰਨ ਹੈ ਜੀ? ਜੈਸੇ ਹੋਏ ਬਟੇਰਾ ਤੇ ਪਾਛੇ ਬਾਜ ਛੋਰਾ। ਐਂ ਹੈ ਵੀ ਜਿਵੇਂ ਬਟੇਰਾ ਵੇਖ ਕੇ ਪਿੱਛੇ ਬਾਜ ਛੱਡ ਦਿੱਤਾ ਹੋਵੇ ਜੀ। ਤੈਸੇ ਤਾਰੇ ਸਭ ਕਰੇ ਰਹੀ ਉੱਪਰ ਸੁਹਾਏ ਕੈ। ਇਸ ਤਰ੍ਹਾਂ ਕਰਕੇ ਸਾਰਿਆਂ ਦੇ ਉੱਪਰ ਉੱਪਰ ਹੀ ਹੈ। ਕਬਿਤ ਕਾਇਰ ਪੈਸੂਰ ਔਰ ਕੋ ਰੰਗ ਸ਼ਾਰ ਦੂਰ ਜੈਸੇ। ਇੱਕ ਉਦਾਹਰਨ ਸੁਣ ਲਈ ਨਾ, ਜਿਵੇਂ ਬਾਜ ਤੇ ਜਿਵੇਂ ਬਟੇਰੇ ਤੇ ਬਾਜ ਹੁੰਦਾ ਹੈ। ਹੁਣ ਅਗਲੀ ਉਦਾਹਰਨ ਦਿੰਦੇ ਨੇ, ਕਹਿੰਦੇ ਨੇ ਕਾਇਰ ਪੈਸੂਰ, ਜਿਵੇਂ ਕੋਈ ਕਾਇਰ ਹੋਵੇ ਤੇ ਉਹਦੇ ਤੇ ਸੂਰਮਾ ਹਾਵੀ ਹੋ ਜਾਂਦਾ ਹੈ। ਔਰ ਕੁਰੰਗ ਸ਼ਾਰਦੂਰ ਜੈਸੇ, ਕੁਰੰਗ ਕਹਿੰਦੇ ਨੇ ਹਿਰਨ ਨੂੰ ਤੇ ਸ਼ਾਰਦੂਲ ਕਹਿੰਦੇ ਨੇ ਸ਼ੇਰ ਨੂੰ। ਜਿਵੇਂ ਹਿਰਨ ਦੇ ਉੱਪਰ ਸ਼ੇਰ ਹਾਵੀ ਹੋ ਜਾਂਦਾ ਹੈ। ਹੋਏ ਨਾਗਪੂਰ ਤਾਪੇ ਖੱਗ ਪਤ ਜਾਤ। ਤਿੰਨ ਹੋ ਗਈਆਂ ਤੇ ਚੌਥੀ ਉਦਾਹਰਨ ਦਿੰਦੇ ਨੇ, ਕਹਿੰਦੇ ਨੇ ਕਿੰਨੇ ਹੀ ਸਾਰੇ, ਕੀ ਸ਼ਬਦ ਸੀ? ਕਿਤੇ ਹੋਏ ਨਾਗਪੂਰ ਨਾਗਪੂਰ, ਕਿਤਨੇ ਸਾਰੇ ਸੱਪ ਹੋਣ, ਤੇ ਭਾਵੇਂ ਜਿੰਨੇ ਮਰਜ਼ੀ ਢੇਰ ਸਾਰੇ ਸੱਪ ਕਿਉਂ ਨਾ ਹੋਣ, ਉਹਨਾਂ ਦੇ ਉੱਪਰ ਜਦੋਂ ਗਰੜ ਆ ਜਾਂਦਾ ਹੈ, ਉਹ ਵੱਡੇ ਵੱਡੇ ਨਾਗਾਂ ਨੂੰ ਉਹਨਾਂ ਦੇ ਸਿਰਿਓਂ ਫੜ ਕੇ ਮਧੋਲ ਦਿੰਦਾ ਹੈ। ਬਿਲਕੁਲ ਇਸੇ ਤਰ੍ਹਾਂ। ਚਾਰ ਜੀ। ਲੱਛ ਪਰ ਬਾਨ ਅਗਿਆਨ ਪੈਸੋ ਗਿਆਨ ਜੈਸੇ। ਜਿਵੇਂ ਨਿਸ਼ਾਨੇ ਤੇ ਪੈਂਦਾ ਹੈ ਤੀਰ, ਜਿਵੇਂ ਅਗਿਆਨ ਤੇ ਆਉਂਦਾ ਹੈ ਗਿਆਨ, ਹਨੇਰੇ ਤੇ ਆਉਂਦਾ ਹੈ ਪ੍ਰਕਾਸ਼। 6 ਕਰੁਣਾ ਨਿਦਾਨ ਸੰਤ ਦੋਖੀ ਪੈਰੇ ਸਾਤ। ਜਿਵੇਂ ਕੋਈ ਦਿਆਲੂ ਸੰਤ ਮਹਾਪੁਰਸ਼ ਦਇਆ ਨਿਧ
ਕਿਸੇ ਸੰਤ ਦੋਖੀ ਦੇ ਉੱਪਰ ਦਇਆ ਕਰਦੇ ਨੇ। ਪਾਪਨ ਮੈਂ ਨਾਮ ਜਾਪ ਤਵੈ ਪੈ ਭਗਤ ਜੈਸੇ। ਤੇ 8ਵਾਂ ਬਚਨ ਕਰਦੇ ਨੇ, ਉਦਾਹਰਨ ਦਿੰਦੇ ਨੇ, ਕਹਿੰਦੇ ਨੇ ਜਿਵੇਂ ਬਹੁਤ ਸਾਰੇ ਪਾਪਾਂ ਤੇ ਵਾਹਿਗੁਰੂ ਜੀ ਦਾ ਜਾਪ ਹਾਵੀ ਹੁੰਦਾ ਹੈ ਨਾ। ਅਜਾ ਕੇ ਨਿਕਟ ਬ੍ਰਿਕ ਜਾਤ ਨਾ ਡਰਾਤ। ਔਰ ਨਵੀਂ ਉਦਾਹਰਨ ਦਿੱਤੀ, ਜਿਵੇਂ ਕਿਸੇ ਬੱਕਰੀ ਨੂੰ ਵੇਖ ਕੇ ਤੇ ਬਘਿਆੜ ਪਿੱਛੇ ਨਹੀਂ ਹਟਦਾ। ਬਘਿਆੜ ਕਦੀ ਬੱਕਰੀ ਤੋਂ ਡਰਦਾ ਹੁੰਦਾ ਹੈ ਭਲਾ? ਤਾਂ ਖਾ ਜਾਣ ਵਾਲਾ ਹੁੰਦਾ ਹੈ। ਇਸ ਤਰ੍ਹਾਂ ਤੈਸੇ ਕੋ ਸਤਾਏ ਵਿੱਚ ਲਾਏ ਕੇ ਸ਼ਕਤ ਸਭ। ਮਾਨਯੋਗ ਜੀ ਨੇ 9 ਉਦਾਹਰਨਾਂ ਦਿੱਤੀਆਂ ਨੇ। ਹੁਣ 9 ਉਦਾਹਰਨਾਂ ਦੇ ਕੇ ਆਖਦੇ ਨੇ ਸਾਹਿਬ ਸੱਚੇ ਪਾਤਸ਼ਾਹ ਜੀ ਦੀ, ਪਿਤਾ ਜੀ ਹੋਰਾਂ ਦੀ ਚਲਾਈ ਹੋਈ ਕੌਸ ਆਇਓ ਇਹਨਾਂ ਦੇ ਜਾ ਜਾ ਕੇ ਵੱਜਦੀ ਹੈ ਨਾ, ਇਹਨਾਂ ਨੂੰ ਪੀੜਤ ਕਰਦੀ ਹੈ। ਇਹ ਡਿੱਗਦੇ ਨੇ ਤੇ ਢਹਿੰਦੇ ਨੇ ਤੇ ਮਾਰ ਖਾ ਕੇ ਜ਼ਖਮੀ ਹੋਏ ਹੋ ਕੇ ਆ ਕੇ ਫਿਰ ਕੋਲ ਬਹਿੰਦੇ ਨੇ। ਇਸ ਤਰ੍ਹਾਂ ਹੋਇਆ, ਇਹ ਭਾਣਾ ਵਾਪਰਿਆ ਜਿਵੇਂ ਹਿਰਨਾਂ ਦੀਆਂ ਡਾਰਾਂ ਦੇ ਉੱਪਰ ਸ਼ੇਰ, ਜਿਵੇਂ ਬਟੇਰੇ ਦੇ ਉੱਪਰ ਬਾਜ, ਜਿਵੇਂ ਅਗਿਆਨਤਾ ਦੇ ਹਨੇਰੇ ਦੇ ਉੱਪਰ ਗਿਆਨ ਦਾ ਪ੍ਰਕਾਸ਼। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀ ਸ਼ਕਤੀ ਸੀ ਨਾ, ਫਿਰ ਆਇਓ ਵਾਪਰੀ ਉਹ ਜੀ। ਮਾਰ ਮਾਰ ਡਾਰੇ ਕੋ ਤੀਰ ਨਾ ਤਰਾਤ। ਮਰ ਗਏ, ਮਰ ਗਏ, ਮਰ ਗਏ। ਵਾਹਿਗੁਰੂ, ਕੋਈ ਧੀਰ ਨਾ ਧਰਾਤ ਹੈ। ਹੁਣ ਹੌਸਲਾ ਨਹੀਂ ਆਉਂਦਾ ਜਦੋਂ ਖੜਾਉਂ ਪੈਂਦੀ ਹੈ ਸਿਰ ਦੇ ਵਿੱਚ, ਤੇ ਫਿਰ ਸ਼ਕਤੀ ਵੀ ਤਾਂ ਛੱਡਣ ਵਾਲੇ ਦੀ ਸ਼ਕਤੀ ਵਾਪਰਨੀ ਸੀ ਨਾ ਜੀ। ਕਬਿਤ ਜਾਂ ਕੀ ਸ਼ਕਤ ਥੀ ਤਾਂ ਕੇ ਆਗੇ ਜਾਏ ਪਰੀ। ਜਿਹੜਾ ਕੋਈ ਕਿਸੇ ਦਾ ਚੇਲਾ ਸੀ, ਹਾਂਜੀ, ਉਹਦੇ ਕੋਲ ਆ ਕੇ ਆ ਬੈਠੇ ਸਨ ਤੇ ਇਉਂ ਜਿਹੀ ਇਹਨਾਂ ਦੀਆਂ ਛੱਡੀਆਂ ਹੋਈਆਂ ਸ਼ਕਤੀਆਂ ਜਿਹੜੀਆਂ ਸੀ ਉਹ ਇਹਨਾਂ ਦੇ ਕੋਲ ਆ ਗਈਆਂ। ਨਤੀਜਾ ਕੀ ਹੋਇਆ? ਨੀਚੇ ਨੈਣ ਲੱਜਤ ਹੋਏ ਉੱਚੇ ਨਾ ਨਿਹਾਰੀਆ। ਨੀਚੇ ਨੈਣ ਲੱਜਤ ਹੋਏ ਉੱਚੋ ਨਾ ਨਿਹਾਰੀਆ। ਹੁਣ ਅੱਖਾਂ ਨੀਵੀਆਂ ਕਰਕੇ ਬਹਿ ਗਏ ਨੇ। ਹੁਣ ਸਤਿਗੁਰਾਂ ਦੇ ਵੱਲ ਨਿਗਾਹ ਭਰ ਕੇ ਤੱਕਣ ਜੋਗੇ ਵੀ ਨਹੀਂ ਹੈ, ਸ਼ਰਮ ਦੇ ਮਾਰੇ। ਰਾਰ ਮੈਂ ਪਰਾਜੇ ਹੋਏ ਸੂਰਜੋਂ ਲਜਾਏ ਜਾਤ। ਜਿਵੇਂ ਨਾ ਝਗੜਿਆਂ ਦੇ ਵਿੱਚ ਪਿਆ ਹੋਇਆ ਬੰਦੇ ਸਮਝਦੇ ਨੇ ਅਸੀਂ ਝਗੜੇ ਨਾਲ ਜਿੱਤ ਲਾਂਗੇ ਸਾਰਾ ਕੁਝ, ਪਰ ਜਦੋਂ ਅੱਗੋਂ ਸੂਰਮੇ ਦਾ ਘਸੁੰਨ ਪੈਂਦਾ ਹੈ ਨਾ, ਇਹ ਰੌਲਾ ਪਾਉਣ ਵਾਲੇ ਤੇ ਝਗੜਾ ਕਰਨ ਵਾਲੇ ਫਿਰ ਸਾਹਮਣੇ ਟਿਕਦੇ ਹੁੰਦੇ ਨੇ। ਕਿਤੇ ਗੱਲਾਂ ਕਰਨ ਵਾਲੇ ਨਹੀਂ ਟਿਕਦੇ ਹੁੰਦੇ, ਐਵੇਂ ਝਗੜਾਲੂ ਕਿਸਮ ਦੇ ਲੋਕ ਜੀ। ਮੁਖ ਤੂਸ਼ਨ ਨਾ ਬੈਨ ਕੋ ਉਚਾਰੀਆ। ਔਰ ਹੁਣ ਚੁੱਪ ਕਰਕੇ ਬੈਠ ਗਏ, ਕੁਛ ਨਹੀਂ ਆਖਦੇ ਪਏ, ਬੋਲਦੇ ਪਏ। ਗੋਪੀ ਚੰਦ ਪਰਤਰੀ ਮੰਗਲ ਤੇ ਆਦ ਜੇਤੇ। ਜਿੱਥੇ ਐਸੀਆਂ ਕੁਝ ਵਿਗੜੀਆਂ ਹੋਈਆਂ ਬਿਰਤੀਆਂ ਨੇ, ਮਾਨਯੋਗ ਭਾਈ ਸਾਹਿਬ ਆਖਦੇ ਨੇ ਸਾਰੇ ਵਿਗੜੇ ਹੋਏ ਨਹੀਂ ਸਨ, ਕੁਝ ਐਸੇ ਵੀ ਸਨ ਜਿਹੜੇ ਸਤਿਗੁਰਾਂ ਨੂੰ ਸਮਝਦੇ ਸਨ, ਜਿਨ੍ਹਾਂ ਦੇ ਵਿੱਚ ਗੋਪੀ ਚੰਦ ਦਾ ਨਾਮ ਹੈ, ਮੰਗਲਨਾਥ ਦਾ ਜ਼ਿਕਰ ਹੈ, ਭਰਥਰੀ ਦਾ ਜ਼ਿਕਰ ਹੈ, ਈਵਨ ਗੋਰਖਨਾਥ ਵੀ ਸਮਝਦੇ ਸਨ। ਪਰ ਉਹ ਨਾ, ਜਿਵੇਂ ਤੁਸੀਂ ਨੇ ਪਹਿਲਾਂ ਜ਼ਰੂਰ ਸੁਣਿਆ ਹੋਵੇਗਾ, ਗੋਰਖਨਾਥ ਹੋਰਾਂ ਨੂੰ ਮੰਗਲਨਾਥ ਨੇ ਜਿਸ ਵੇਲੇ ਆਖਿਆ ਕਿ ਨਾਥ ਜੀ ਇਹ ਨਾਨਕ ਸਧਾਰਨ ਤਪਾ ਨਹੀਂ ਹੈਗਾ, ਗੋਰਖ ਕਹਿੰਦੇ ਮੈਨੂੰ ਪਤਾ ਸਾਰਾ ਕੁਝ। ਕਹਿੰਦੇ ਜੇ ਪਤਾ ਤੇ ਫਿਰ ਕਿਉਂ ਭੇਜੀ ਜਾਂਦੇ ਹੋ ਸਾਰਿਆਂ ਨੂੰ? ਗੋਰਖਨਾਥ ਕਹਿੰਦੇ ਨੇ ਇਹਨਾਂ ਨੇ ਕੋਈ ਵਰਜੇ ਰਹਿਣਾ, ਇਹਨਾਂ ਨੂੰ ਜਰਾ ਮੱਥਾ ਭਨਾ ਆਉਂਦੇ ਉਹਦੇ ਕੋਲ ਜਾ ਕੇ। ਕਈ ਵਾਰ ਨਾ ਹੁਣ ਕੀ ਆਖੀਏ ਬਈ, ਮੁੰਡੇ ਆਪਣੇ ਅੜਬ ਜਿਸ ਵੇਲੇ ਹੋ ਜਾਣ ਤੇ ਫਿਰ ਬਾਪੂ ਆਖਦਾ ਕੋਈ ਨਹੀਂ ਇਹਨਾਂ ਨੂੰ ਜਰਾ ਅੱਗੋਂ ਪ੍ਰਸ਼ਾਦ ਲੈ ਆਉਂਦੇ ਅੱਗੋਂ ਜਾ ਕੇ। ਤੇ ਗੋਰਖਨਾਥ ਵੀ ਐਵੇਂ ਸੀ। ਇਹਨਾਂ ਨੇ ਸਾਰਿਆਂ ਨੇ ਨਾ ਜਿਸ ਵੇਲੇ ਐਸੀ ਅਵਸਥਾ ਦੇਖੀ ਤਾਂ ਇਹਨਾਂ ਦੇ ਵਿੱਚ ਗੋਪੀ ਚੰਦ ਜਿਹੜਾ ਸੀ ਉਹ ਕੀ ਕਹਿਣ ਲੱਗਾ? ਹੀਆ ਮੈਂ ਹੋਲਾ ਸੇ ਹਸੇ ਦੇਵੇਂ ਕਰ ਤਾਰੀਆ। ਹੀਆ ਮੈਂ ਹੋਲਾ ਸੇ, ਅੰਦਰੋਂ ਖੁਸ਼ ਹੋਏ, ਅਰਾ ਦੇਵੇਂ ਕਰ ਤਾਰੀਆ, ਨਾਲੇ ਤਾੜੀਆਂ ਵਜਾਉਂਦੇ ਪਏ ਨੇ। ਤੇ ਤਾੜੀ ਕਿਹੜੀ ਗੱਲ ਦੀ ਖੁਸ਼ੀ 'ਚ ਵਜਾਉਂਦੇ ਪਏ ਨੇ? ਚੰਗਾ ਹੋਇਆ ਇਹਨਾਂ ਨੂੰ ਮੱਤ ਆਈ, ਚੰਗਾ ਹੋਇਆ ਗੁਰੂ ਨਾਨਕ ਨੇ ਇਹਨਾਂ ਨੂੰ ਮੱਤ ਦਿੱਤੀ।
ਇਹ ਸਾਡੀ ਭਰਾਵਾਂ ਦੀ ਮੱਤ ਕਿਤੇ ਪੱਲੇ ਬਣਦੇ ਨੇ ਜੀ। ਐਸੀ ਹੋਏ ਬਿਨ ਨਹੀਂ ਰਹਿਤ ਬਿਕਲ ਮਨ। ਜਿਹੜੇ ਮੂਰਖ ਨੇ ਨਾ, ਮੂਰਖ ਲੋਕ, ਵਿਗੜੀ ਮੱਤ ਵਾਲੇ, ਜਦ ਤੱਕ ਐਵੇਂ ਉਹਨਾਂ ਨੂੰ ਨਾ ਹੋਵੇ ਨਾ, ਤਦ ਤੱਕ ਉਹ ਕਿਤੇ ਸੁਧਰਦੇ ਨੇ ਜੀ। ਜੈਸੀ ਬਿਦ ਜੋਗ ਹੋਤੇ ਤੈਸੇ ਹੀ ਦਿਖਾਈਆ। ਓਏ ਕਰਤਾਰ ਬੜਾ ਬੇਅੰਤ ਹੈ। ਜਿਸ ਜਿਸ ਦਾ ਕੋਈ ਪਾਤਰ ਹੁੰਦਾ ਹੈ ਨਾ, ਉਹੀ ਉਹਦੇ ਝੋਲੀ ਵਿੱਚ ਪੈਂਦਾ ਹੈ। ਇਹ ਕੌਣ ਕਹਿ ਰਹੇ ਨੇ? ਇਹ ਸਿੱਧਾਂ ਦੇ ਭਰਾ ਕਹਿ ਰਹੇ ਨੇ। ਉਹ ਮਹਿਸੂਸ ਕਰਦੇ ਨੇ ਇਵੇਂ ਸਾਨੂੰ ਨਹੀਂ ਕਰਨਾ ਚਾਹੀਦਾ ਸੀ। ਅਸੀਂ ਸਿੱਧੀਆਂ ਇਸ ਵਾਸਤੇ ਪ੍ਰਾਪਤ ਕੀਤੀਆਂ ਨੇ, ਸਾਡੀ ਯੋਗ ਸਾਧਨਾ ਇਸ ਵਾਸਤੇ ਹੈ ਵੀ ਜਿਹੜਾ ਕੋਈ ਸਾਨੂੰ ਮਿਲਣ ਵਾਸਤੇ ਆਵੋ ਤਾਂ ਅਸੀਂ ਉਹਦੀ ਇੱਜ਼ਤ ਲਾਉਣ ਤੁਰ ਪਈ ਹੈ। ਅਸੀਂ ਉਹਦੀ ਜਾਨ ਦਾ ਚੈਲੰਜ ਕਰੀਏ ਵੀ ਜਾਂ ਤਾਂ ਸਾਡੇ ਨਾਲ ਐਂ ਦੋ ਹੱਥ ਕਰ ਕਰਾਮਾਤਾਂ ਵਿਖਾ, ਤੇ ਨਹੀਂ ਤਾਂ ਤੂੰ ਆਪਣੀ ਜਾਨ ਤੋਂ ਹੱਥ ਧੋਵੇਂਗਾ। ਹੁਣੇ ਤਾੜੀਆਂ ਮਾਰਦੇ ਨੇ ਜੀ। ਸਵਈਆ ਮੰਗਲ ਪਾਖਤ ਗੋਰਖ ਨਾਥ ਜੀ, ਦੇਖਿਓ ਤਪਾ ਤੁਮ ਕੈਸੇ ਹੈ ਸੋ। ਮੰਗਲਨਾਥ ਕਹਿੰਦੇ ਨੇ ਆਪਣੇ, ਕੁਝ ਤਾਂ ਸੱਜਣ ਇਹੋ ਆਖਦੇ ਨੇ ਕਿ ਗੋਰਖਨਾਥ ਇਹਨਾਂ ਦਾ ਗੁਰੂ ਸੀ। ਖਿਮਾ ਕਰਿਓ ਜੇ ਆਪਾਂ ਹੁਣ ਬਹੁਤੀ ਵਿਚਾਰ ਵਿੱਚ ਨਾ ਪਈਏ, ਐਵੇਂ ਮੰਨ ਕੇ ਚੱਲ ਪਈਏ ਅਸੀਂ। ਮੰਗਲ ਨੇ ਆਖਿਆ, ਗੁਰੂ ਜੀ, ਗੋਰਖਨਾਥ ਜੀ, ਤੁਸੀਂ ਵੇਖ ਲਿਆ ਜਿਹੜਾ ਸਾਰਾ ਕੁਝ ਹੋਇਆ ਹੈ। ਬਾਦ ਮੈਂ ਸੋਰਾਰ ਕਰੀ ਤੈਸੋ ਜਿਨ ਇਹਨਾਂ ਨੇ, ਸਾਡੇ ਬੰਦਿਆਂ ਨੇ, ਸਿੱਧਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਝਗੜਾ ਕੀਤਾ, ਬਹਿਸ ਮੁਬਾਸਾ ਕੀਤਾ। ਜਿਨ ਲੱਜਤ ਪੇ ਨਹਿ ਬੋਲਤ ਕੋ। ਹੁਣ ਵੇਖ ਲਓ ਤੁਸੀਂ ਇਹਨਾਂ ਦਾ ਕੀ ਹਾਲ ਹੋਇਆ ਪਿਆ। ਪੇ ਲੱਜਤ ਪੇ, ਹੁਣ ਏਡੇ ਬੇਸ਼ਰਮ ਹੋ ਗਏ ਨੇ, ਇੰਨੇ ਸ਼ਰਮ, ਵਾਹਿਗੁਰੂ, ਇੰਨੇ ਸ਼ਰਮਸਾਰ ਹੋ ਗਏ ਨੇ ਹੁਣ, ਨਾ ਬੋਲਤ ਕੋ। ਹੁਣ ਇਹਨਾਂ ਚ ਬੋਲਦਾ ਕੋਈ ਨਹੀਂ, ਹੁਣ ਕੋਈ ਜਵਾਬ ਨਹੀਂ ਦੇਣ ਜੋਗਾ ਰਿਹਾ ਜੀ। ਆਪਣੇ ਮਨ ਮੈਂ ਫੂਲਤ ਕਾਇਰ। ਜਿਹੜੇ ਆਪਣੇ ਆਪ ਦੇ ਅੰਦਰ ਬੜੇ ਫੁੱਲੇ ਫਿਰਦੇ ਸਨ ਨਾ, ਜੋ ਲਗ ਸੂਰ ਨਾ ਸਾਮੂਏ ਹੋ। ਇਹ ਹਾਲ ਉਹਨਾਂ ਵਰਗੇ ਕਾਇਰਾਂ ਦਾ ਹੁੰਦਾ ਹੈ, ਕਾਇਰਾਂ ਦਾ, ਜਿਹੜੇ ਆਪਣੇ ਆਪ ਵਿੱਚ ਬੜਾ ਮਾਣ ਕਰਦੇ ਨੇ, ਹੰਕਾਰ ਕਰਦੇ ਨੇ ਕਿ ਅਸੀਂ ਬੜੇ ਕੁਛ ਹਾਂ। ਪਰ ਇਹ ਮਾਣ ਹੰਕਾਰ ਉਹਨਾਂ ਦਾ, ਇਹ ਗੱਲਾਂ ਸਾਰੀਆਂ ਤਦ ਤੱਕ ਹੁੰਦੀਆਂ ਨੇ ਜਦ ਤੱਕ ਕਿਸੇ ਗੁਰੂ ਨਾਨਕ ਵਰਗੇ ਸੂਰਮੇ ਨਾਲ ਸਾਹਮਣਾ ਨਹੀਂ ਹੁੰਦਾ। ਜਦੋਂ ਗੁਰੂ ਨਾਨਕ ਵਰਗੇ ਸੂਰਮੇ ਨਾਲ ਸਾਹਮਣਾ ਹੋਵੇ ਨਾ, ਫਿਰ ਪਤਾ ਲੱਗਦਾ ਹੈ। ਤਾਰੇ ਪ੍ਰਕਾਸ਼ ਕਰੇ ਤਮ ਮੈਂ। ਜਿਵੇਂ ਤਾਰੇ ਜਿਹੜੇ ਨੇ ਉਹ ਰਾਤ ਨੂੰ, ਹਨੇਰੀ ਰਾਤ ਨੂੰ ਪ੍ਰਕਾਸ਼ ਦੇ ਦਿੰਦੇ ਨੇ, ਤਾਰਿਆਂ ਵਿੱਚ ਵੀ ਰਾਹ ਦਿਸਣ ਲੱਗ ਪੈਂਦਾ ਲੋਕਾਂ ਨੂੰ। ਰਬ ਹੋਤੇ ਉਹਦੇ ਪੁੰਨ ਨਾ ਪ੍ਰਗਟੋ। ਪਰ ਇਹ ਤਦ ਹੀ ਹੁੰਦਾ ਹੈ ਕਿ ਨਾ ਕੋਈ ਚੰਦਰਮਾ ਹੈ ਤੇ ਨਾ ਕੋਈ ਸੂਰਜ ਹੈ, ਫਿਰ ਤਾਰਿਆਂ ਦੀ ਗੱਲ ਚੱਲਦੀ ਪਈ ਹੁੰਦੀ ਹੈ। ਪਰ ਜਿਸ ਵੇਲੇ ਉਦੈ ਹੁੰਦਾ ਹੈ ਸੂਰਜ, ਉਹ ਸਾਰੇ ਤਾਰੇ ਜਿਹੜੇ ਚਮਕ ਰਹੇ ਹੁੰਦੇ ਨੇ, ਟਿਮਟਿਮਾ ਰਹੇ ਹੁੰਦੇ ਨੇ, ਲੋਕ ਨਜ਼ਰਾਂ ਭਰ ਭਰ ਕੇ ਵੇਖਦੇ ਨੇ, ਕਿੱਡੇ ਸੋਹਣੇ ਲੱਗਦੇ ਨੇ, ਸੋਹਣੇ ਲੱਗਦੇ ਨੇ, ਵੇਖਦੇ ਕਿਤੇ ਛਪ ਜਾਂਦੇ ਨੇ ਸਿਰਫ ਸੂਰਜ ਦੇ ਉਦੈ ਹੋਣ ਦੇ ਨਾਲ ਜੀ। ਸਵਈਆ ਗੋਰਖ ਬੈਨ ਪਾਨੇ ਸੁਣ ਕੇ ਫਿਰ ਗੋਰਖ ਆਖਦੇ ਨੇ, ਤੁਮ ਪਾਖਤ ਸਤ ਥੇ ਕੂਰ ਨਾਰਾਈ। ਇਹ ਗੱਲ ਫਿਰ ਦੁਹਰਾਈ ਉਹਨਾਂ ਨੇ। ਮੰਗਲ, ਤੁਸੀਂ ਪਹਿਲਾਂ ਠੀਕ ਆਖਦੇ ਸੋ, ਜੋ ਆਖਿਆ ਸੀ ਠੀਕ ਸੀ, ਉਹਦੇ ਵਿੱਚ ਕੋਈ ਝੂਠ ਨਹੀਂ ਸੀ ਹੈ। ਖਿੰਤੜਾ ਆਏ ਗੁਰੂ ਟਿਗ ਤਾਂ ਛਿਨ। ਖਿੰਤੜਾ ਆਏ ਗੁਰੂ ਟਿਗ ਤਾਂ ਛਿਨ। ਇਹ ਗੁਰੂ ਆਪਣਾ ਖਿੰਥਾ, ਝੋਲੀ ਜਿਹਨੂੰ ਕਹਿੰਦੇ ਸਨ, ਇਹ ਪਹਿਨ ਲਵੇ ਕਿਤੇ। ਬੈਠ ਗਏ ਮੁਖ ਬਾਣੀ ਆਲਾਈ। ਹੁਣ ਬੈਠ ਗਏ ਨੇ ਸਾਰੇ ਜਣੇ ਨਾ, ਔਰ ਬੈਠੋ, ਦੇਖੋ ਸਾਡੀ ਗੱਲ ਸੁਣੋ। ਇਹ ਕਿੰਨੇ ਆਖਿਆ ਪੜਾ? ਹਾਂ, ਖਿੰਥੜਾ ਨਾਮ ਦਾ ਇੱਕ ਸਿੱਧ ਆਇਆ। ਜਿਸ ਵੇਲੇ ਗੋਰਖਨਾਥ ਮੈਨੂੰ, ਜਿਸ ਵੇਲੇ ਗੋਰਖਨਾਥ ਸਮਝਾ ਰਿਹਾ ਸੀ ਨਾ, ਤੇ ਜਿਵੇਂ ਹੁੰਦਾ ਹੈ ਦੋ ਸਿਆਣੇ ਸੱਜਣ ਗੱਲਬਾਤ ਕਰ ਰਹੇ ਹੁੰਦੇ ਨੇ, ਇੱਕ ਕਾਲਾ ਜਿਹਾ ਆ ਕੇ ਨਾ ਵਿੱਚ ਗੱਲ ਨੂੰ ਟੋਕਣ ਲੱਗ ਪੈਂਦਾ, ਆਪਣੀ ਚਲਾਉਣ ਲੱਗ ਪੈਂਦਾ। ਖਿੰਥੜਾ ਨਾਮ ਦਾ ਇੱਕ ਸਿੱਧ ਆ ਗਿਆ। ਉਹ ਆ ਕੇ ਕੀ ਕਹਿਣ ਲੱਗਾ?
ਜੋਗ ਬਿਨਾ ਮਨ ਸ਼ੁੱਧ ਨਾ ਹੋਵਤ। ਕਹਿੰਦਾ ਨਾਨਕ, ਜਦ ਤੱਕ ਕੋਈ ਯੋਗ ਸਾਧਨਾ ਨਹੀਂ ਕਰਦਾ ਉਸ ਦਾ ਮਨ ਸ਼ੁੱਧ ਨਹੀਂ ਹੁੰਦਾ। ਆਰਸੀ ਜੋ ਨਹਿ ਛਾਰ ਮਲਾਈ। ਜਿਸ ਤਰ੍ਹਾਂ ਸ਼ੀਸ਼ੇ ਦੇ ਉੱਪਰ ਮੈਲ ਆਈ ਹੋਈ ਹੋਵੇ ਤੇ ਜਦ ਤੱਕ ਮੈਲ ਲਾਈ ਨਾ ਜਾਵੇ ਸ਼ੀਸ਼ੇ ਦੇ ਵਿੱਚੋਂ ਪ੍ਰਕਾਸ਼ ਤੁਹਾਡਾ ਨਜ਼ਰ ਨਹੀਂ ਆਉਂਦਾ, ਸਰੂਪ ਨਜ਼ਰ ਨਹੀਂ ਆਉਂਦਾ ਜੀ। ਸਾਧਨ ਕੀਨੋ ਹੈ ਕੌਣ ਸੋ ਜੋਗ। ਗੱਲ ਇਹ ਹੈ ਬਈ ਅਸੀਂ ਇਹ ਸਮਝਦੇ ਪਏ ਹਾਂ ਕਿ ਤੇਰਾ ਮਨ ਬੜਾ ਨਿਰਮਲ ਹੈ, ਪਰ ਅਸੀਂ ਤੈਨੂੰ ਸਵਾਲ ਕਰਦੇ ਹਾਂ ਤੂੰ ਸਾਧਨਾ ਦੱਸ ਕਿਹੜੀ ਕੀਤੀ ਹੈ। ਤੇਰਾ ਮਨ ਬੜਾ ਨਿਰਮਲ ਹੈ, ਤੇਰੇ ਪਾਸ ਇਹ ਸ਼ਕਤੀ ਆ ਚੁੱਕੀ ਹੈ, ਪਰ ਤੂੰ ਸਾਨੂੰ ਦੱਸ ਤਾਂ ਸਹੀ ਵੀ ਤੇਰੀ ਸਾਧਨਾ ਕੀ ਹੈਗੀ ਹੈ ਜੀ। ਭਲੀ ਬੇਦ ਸੋ ਮੁਝ ਦੇਉ ਬਤਾਈ। ਮੈਨੂੰ ਭਲੀ ਤਰ੍ਹਾਂ ਚੰਗੀ ਤਰ੍ਹਾਂ ਆਪਣਾ ਜਿਹੜਾ ਤੇਰਾ ਯੋਗ ਹੈ ਨਾ, ਜਿਹੜਾ ਤੇਰਾ ਯੋਗ ਹੈ, ਮੈਨੂੰ ਤੂੰ ਆਪਣਾ ਯੋਗ ਸਮਝਾ ਦੱਸ। ਕਬਿਤ ਸ਼੍ਰੀ ਗੁਰੂ ਕਹਿਤ ਪ੍ਰਾਣਾਯਾਮ ਕੇ ਕਰਮ ਤੀਨ। ਹੁਣ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ ਤੇ ਮੈਂ ਇਹ ਉਹਨਾਂ ਨਿਮਰਤਾ ਸਹਿਤ ਬੇਨਤੀ ਵੀ ਕਰਾਂ। ਹੁਣ ਭਾਰਤ ਦੇ ਵਿੱਚ ਇੱਥੇ ਬਹੁਤ ਸਾਰੇ ਚੈਨਲਾਂ ਦੇ ਉੱਪਰ ਨਾ ਯੋਗਾ ਦਾ ਬੜਾ ਪ੍ਰਚਾਰ ਕੀਤਾ ਜਾ ਰਿਹਾ ਹੈ। ਸਾਡੇ ਕਈ ਗੁਰੂ ਕੇ ਸਿੱਖ ਵੀ ਜਿਹੜੇ ਨੇ ਨਾ ਵੇਖ ਵੇਖ ਕੇ ਪ੍ਰਭਾਵਿਤ ਹੁੰਦੇ ਨੇ। ਔਰ ਮੈਨੂੰ ਯਾਦ ਹੈ ਇੱਕ ਦਫਾ ਮੈਂ ਅੱਗੇ ਵੀ ਤੁਹਾਡੇ ਚਰਨਾਂ ਵਿੱਚ ਖਿਦਮਤ ਵਿੱਚ ਬੇਨਤੀ ਕੀਤੀ ਸੀ, ਚੇਤੇ ਰੱਖਣਾ ਯੋਗ ਸਾਧਨਾ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਕੋਈ ਥਾਂ ਨਹੀਂ ਹੈ। ਯੋਗ ਸਾਧਨਾ ਦੀ, ਪ੍ਰਾਣਾਯਾਮ ਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਕੋਈ ਥਾਂ ਨਹੀਂ ਹੈ। ਔਰ ਸਤਿਗੁਰਾਂ ਨੇ ਅੱਜ ਫਿਰ ਜੋ ਬਚਨ ਕੀਤੇ, ਮਾਨਯੋਗ ਭਾਈ ਸਾਹਿਬ ਹੋਰੀ ਲਿਖਦੇ ਨੇ, ਇੱਕ ਵਾਰ ਫਿਰ ਆਖਿਓ ਜੀ। ਸ਼੍ਰੀ ਗੁਰੂ ਕਹਤੇ ਹੈ ਪ੍ਰਾਣਾਯਾਮ ਕੇ ਕਰਮ ਤੀਨ। ਸਤਿਗੁਰੂ ਕਹਿਣ ਲੱਗੇ, ਖਿੰਥੜਾ ਤੁਹਾਡੇ ਪ੍ਰਾਣਾਯਾਮ ਦੇ 3 ਕਰਮ ਨੇ ਨਾ। ਪੂਰਕ ਹੈ ਕੁੰਭਕ ਔ ਰੇਚਕ ਬਖਾਨੀਏ। ਪੂਰਕ ਹੁੰਦਾ ਹੈ, ਕੁੰਭਕ ਹੁੰਦਾ ਹੈ, ਰੇਚਕ ਹੁੰਦਾ ਹੈ। ਪੂਰਕ ਹੁੰਦਾ ਹੈ ਅੰਦਰ ਗ੍ਰਹਿਣ ਕਰਨਾ, ਕੁੰਭਕ ਹੁੰਦਾ ਹੈ ਅੰਦਰ ਟਿਕਾ ਲੈਣਾ, ਰੇਚਕ ਹੁੰਦਾ ਹੈ ਅੰਦਰੋਂ ਬਾਹਰ ਕੱਢਣਾ। ਸਵਾਸ ਲੈਣਾ, ਸਵਾਸ ਟਿਕਾਉਣਾ, ਸਵਾਸ ਬਾਹਰ ਕੱਢਣਾ ਜੀ। ਸੁਨ ਕੈ ਭਗਤ ਭਾਉ ਪੂਰਕ ਕੋ ਕੀਨੋ ਨੀਕੇ। ਹੁਣ ਅਸੀਂ ਕਿਹੜਾ ਯੋਗ ਸਾਧਨਾ ਕੀਤੀ ਹੈ? ਅਸੀਂ ਯੋਗ ਸਾਧਨਾ ਕੀਤੀ ਹੈ, ਇੱਕ ਵਾਰ ਫਿਰ ਆਖਿਓ ਜੇ। ਸੁਨ ਕੈ ਭਗਤ ਭਾਉ ਪੂਰਬ ਕੋ ਕੀਨੋ ਨੀਕੇ। ਅਸੀਂ ਤਾਂ ਭਗਤੀ ਭਾਵਨਾ ਵਾਲਾ ਸਵਾਸ ਲਿਆਏ, ਭਗਤੀ ਭਾਵਨਾ ਵਾਲਾ ਪਿਆਰ, ਪਿਆਰ ਰੂਪੀ ਸਾਡਾ ਪੂਰਕ ਹੈ ਜੀ। ਨਾਮ ਲੇਵ ਲਾਈ ਨੀਤ ਕੁੰਭਕ ਪ੍ਰਮਾਨੀਏ। ਔਰ ਵਾਹਿਗੁਰੂ ਜੀ ਦੀ ਪ੍ਰੇਮਾ ਭਗਤੀ ਨੂੰ ਦੇ ਸਦਕਾ ਸਾਡੇ ਅੰਦਰ ਉਹਨਾਂ ਦੀ ਯਾਦ ਟਿਕ ਗਈ। ਉਹਨਾਂ ਦੀ ਯਾਦ ਟਿਕ ਜਾਣੀ ਹੈ ਸਾਡੇ ਵਾਸਤੇ ਕੁੰਭਕ ਜੀ। ਤਜੇ ਹੈ ਵਿਕਾਰ ਮਨ ਰੇਚਕ ਵਿਚਾਰ ਲੀਜੈ। ਬੜੀ ਗੱਲ ਜਿਹੜਾ ਤੁਸੀਂ ਸਵਾਸ ਬਾਹਰ ਕੱਢਣ ਨੂੰ ਰੇਚਕ ਆਖਦੇ ਹੋ, ਗੁਰੂ ਕੇ ਸਵਾਸ ਬਾਹਰ ਕੱਢਣ ਦੀ ਬਜਾਏ ਵਿਕਾਰ ਬਾਹਰ ਕੱਢ ਦੇਣਾ, ਇਹ ਹੈ ਸਾਡਾ ਯੋਗ। ਪ੍ਰੇਮਾ ਭਗਤੀ ਦਾ ਸਵਾਸ ਲੈਣਾ, ਵਾਹਿਗੁਰੂ ਜੀ ਦੀ ਯਾਦ ਦਾ ਸਵਾਸ ਅੰਦਰ ਟਿਕਾਉਣਾ ਤੇ ਵਿਕਾਰਾਂ ਰੂਪੀ ਸਵਾਸ ਨੂੰ ਬਾਹਰ ਕੱਢਣਾ, ਇਹ ਸਿੱਖੀ ਦਾ ਯੋਗ ਹੈ। ਮੈਂ ਕਹਾਂਗਾ ਅੱਜ ਵੀ ਸਾਨੂੰ ਸਾਰਿਆਂ ਗੁਰੂ ਕੇ ਸਿੱਖਾਂ ਨੂੰ ਇਹ ਜਿਹੜੇ ਬਚਨ ਨੇ ਤਿੰਨੇ, ਪ੍ਰੇਮਾ ਭਗਤੀ ਦਾ ਧਾਰਨੀ ਹੋਣਾ, ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਨਾ ਤੇ ਵਿਕਾਰਾਂ ਨੂੰ ਬਾਹਰ ਕੱਢਣਾ, ਜਿਹੜੇ ਸਿੱਖ ਇਹ 3 ਕੰਮ ਕਰ ਲੈਂਦੇ ਨੇ ਉਹ ਮਹਾਨ ਯੋਗੀ ਨੇ, ਹੋਰ ਕੋਈ ਯੋਗ ਨਹੀਂ ਹੈਗਾ ਜੀ। ਕਲੀ ਕਾਲ ਵਿਖੇ ਐਸੇ ਜੋਗ ਗਤ ਦਾਨੀਏ। ਜਿਹੜਾ ਸਮਾਂ ਚੱਲ ਰਿਹਾ ਹੈ ਨਾ, ਉਹ ਸਮਾਂ ਤੁਹਾਡੇ ਯੋਗਾਂ ਦਾ ਨਹੀਂ ਚੱਲ ਰਿਹਾ। ਇਹ ਠੀਕ ਹੈ, ਹੁਣ ਇਹ ਸ਼ਬਦ ਮੈਂ ਆਪਣੇ ਵੱਲੋਂ ਕਹਿ ਰਿਹਾ ਵੀ ਤੁਸੀਂ ਕਹਿੰਦੇ ਹੋ ਸਵਾਸ ਲੈਣ ਨਾਲ ਸਵਾਸ ਤੁਹਾਡਾ ਲੰਬਾ ਹੋ ਜਾਂਦਾ ਹੈ ਜਾਂ ਹੋਰ ਕਈ ਇਹਦੇ ਵਿੱਚ ਗੁਣ ਆ ਜਾਂਦੇ ਨੇ,
ਮੁੱਕਦੀ ਗੱਲ। ਸਰੀਰ ਨਰੋਆ ਹੁੰਦਾ ਹੈ ਨਾ, ਸੁਰਤੀ ਨਹੀਂ ਨਰੋਈ ਹੁੰਦੀ। ਸਰੀਰ ਨਰੋਆ ਹੁੰਦਾ ਹੈ ਨਾ, ਤੁਹਾਡੇ ਕਹਿਣ ਅਨੁਸਾਰ। ਸੁਰਤੀ ਨਹੀਂ ਨਰੋਈ ਹੁੰਦੀ, ਪਰ ਜਿਹੜਾ ਗੁਰਮਤਿ ਅਨੁਸਾਰ ਚੱਲਦਾ ਹੈ ਉਹਦਾ ਸਰੀਰ ਵੀ ਨਰੋਆ ਹੁੰਦਾ ਹੈ, ਉਹਦੀ ਸੁਰਤੀ ਵੀ ਨਰੋਈ ਹੁੰਦੀ ਹੈ। ਹੁਣ ਤੁਸੀਂ ਕਹੋਗੇ ਮੈਂ ਆਪਣੇ ਵੱਲੋਂ ਇਹ ਜੋੜ ਰਿਹਾ, ਜੇ ਕਿਤੇ ਸੁਰਤੀ ਨਰੋਈ ਹੋਈ ਹੁੰਦੀ, ਇਹ ਯੋਗ ਸਾਧਨਾ ਵਾਲੇ ਇੰਨੇ ਹਉਮੈ ਵਿੱਚ, ਹੰਕਾਰ ਵਿੱਚ ਆ ਕੇ ਖੈਬੜਦੇ ਫਿਰਦੇ। ਹਾਂਜੀ, ਨਿਰਮਲ ਕਿੱਥੇ ਹੋਈ? ਹਉਮੈ ਦੇ ਨਾਲ, ਹੰਕਾਰ ਦੇ ਨਾਲ ਲਿਬੜੀਆਂ ਹੋਈਆਂ ਨੇ ਸੁਰਤੀਆਂ ਸਾਰੀਆਂ। ਕਿੱਧਰ ਗਿਆ ਪ੍ਰਾਣਾਯਾਮ? ਸਤਿਗੁਰੂ ਕਹਿੰਦੇ ਨੇ ਵਿਕਾਰੀ ਬਿਰਤੀਆਂ ਬਾਹਰ ਕੱਢੋ, ਇਹ ਜੇ ਸਵਾਸ ਬਾਹਰ ਕੱਢਣਾ, ਕੱਢੋ ਸਾਰੇ ਜੀ। ਖਿੰਤੜਾ ਸੁਨਤ ਹਰ ਖਾਏ ਲਪਟਾਏ ਪਗ। ਦੇਖੋ, ਮੈਂ ਇਸ ਗੱਲ ਨੂੰ ਮੈਂ ਐਪਰੀਸ਼ੀਏਟ ਵੀ ਕਰਦਾ, ਮੈਂ ਸ਼ਲਾਘਾ ਕਰਦਾ। ਹੁਣ ਆਇਆ ਸੀ ਨਾ ਤੇ ਸਤਿਗੁਰਾਂ ਦੇ ਪਾਸੋਂ ਪੁੱਛਦਾ ਹੈ ਫਿਰ, ਬਈ ਅਸੀਂ ਤਾਂ ਮਨ ਇਉਂ ਨਿਰਮਲ ਕੀਤਾ ਹੈ ਤੇ ਤੁਸੀਂ ਤਾਂ ਐਸਾ ਕੁਝ ਕੀਤਾ ਨਹੀਂ, ਸਾਨੂੰ ਦੱਸੋ ਤੁਹਾਡਾ ਮਨ ਕਿਵੇਂ ਨਿਰਮਲ ਹੋ ਗਿਆ? ਤੇ ਸਤਿਗੁਰਾਂ ਨੇ ਆਖਿਆ ਸਾਡਾ ਮਨ ਇਉਂ ਨਿਰਮਲ ਹੋਇਆ ਹੈ। ਤੇ ਸੁਣ ਕੇ ਖਿੰਥੜਾ ਉੱਠ ਕੇ ਨਾ ਮਹਾਰਾਜ ਦੇ ਚਰਣੀ ਪੈ ਗਿਆ। ਕਹਿੰਦਾ ਧੰਨ ਹੋ ਤੁਸੀਂ, ਮਹਾਨ ਹੋ ਤੁਸੀਂ ਜੀ। ਤੂੰ ਹੈ ਕਰਤਾਰ ਅਵਤਾਰ ਦੰਭ ਹਾਨੀਏ। ਤੂੰ ਵਾਕਿਆ ਹੀ ਕਰਤਾਰ ਦਾ ਰੂਪ ਹੈ, ਜਿਹੜਾ ਅਜੋਕੇ ਸਮੇਂ ਦੇ ਸਾਰੇ ਪਖੰਡ ਬਾਹਰ ਕੱਢਣ ਵਾਸਤੇ ਆਇਆ ਹੋਇਆ ਹੈ। ਵਾਹ। ਊਰਮ ਬਹੁਰ ਆਇਓ ਤੂਰਮ ਹੈ ਸੰਗ ਜਾ ਕੇ। ਪੂਰਮ ਵੀ ਆਇਆ ਤੇ ਧੂਰਮ ਵੀ ਆਇਆ। ਹੁਣ ਨਾਉ ਨੇ ਉਹਨਾਂ ਸੱਜਣਾ ਦੇ, ਉਹ ਵੀ ਆਏ ਦੋਏ ਜਣੇ ਜੀ। ਬੂਝੇ ਮਨ ਬਾਸ ਕਹਾਂ ਪੌਨ ਰਹੇ ਥਾਨ ਕੋ। ਹੁਣ ਉਹਨਾਂ ਨੇ ਜਿਹੜੇ ਸਵਾਲ ਕੀਤੇ ਸੰਖੇਪਤਾ ਨਾਲ ਆਪਾਂ ਉੱਤਰ ਵਿਚਾਰ ਲਈਏ। ਕਹਿੰਦੇ ਨੇ, ਇੱਕ ਨਾ ਫਿਰ ਆਖਿਓ ਜੇ। ਬੂਝੇ ਮਨ ਬਾਸ ਕਹਾਂ ਪੌਨ ਰਹੇ ਥਾਨ ਕੋ। ਮਨ ਦਾ ਨਿਵਾਸ ਕਿੱਥੇ ਹੁੰਦਾ ਹੈ? ਸੁਵਾਸ ਕਿੱਥੇ ਟਿਕਦੇ ਨੇ? ਕੌਣ ਹੈ ਨਰੇਸ਼ ਕੌਣ ਸਚਿਵ ਬਤਾਏ ਮੋਹ। ਰਾਜਾ ਕੌਣ ਹੈ? ਵਜ਼ੀਰ ਕੌਣ ਹੈ? कैसे परे बंद कैसे कंदन है हान को। ਗੱਲ ਇਹ ਹੈ ਕਿ ਕੈਸੇ ਪਰੇ ਬੰਦ, ਅੰਦਰ ਤੁਹਾਡਾ ਕਿਵੇਂ ਟਿਕ ਸਕਦਾ ਹੈ, ਜਿਹੜਾ ਸਾਡਾ ਦੌੜਦਾ ਰਹਿੰਦਾ ਹੈ ਸਾਰਾ ਕੁਝ। ਹੁਣ ਨਾਉ ਨਹੀਂ ਲੈ ਰਿਹਾ ਉਹ, ਜਿਵੇਂ ਅੰਦਰ ਸਾਡਾ ਦੌੜਦਾ ਰਹਿੰਦਾ ਹੈ, ਇਹ ਕਿਵੇਂ ਸਾਰਾ ਕੁਝ ਠੱਲਿਆ ਜਾ ਸਕਦਾ, ਰੋਕਿਆ ਜਾ ਸਕਦਾ, ਬੰਦ ਪਾਇਆ ਜਾ ਸਕਦਾ ਜੀ। कैसे कंदन है हान को। ਔਰ ਕਿਵੇਂ ਸਾਡੇ ਅੰਦਰੋਂ ਕੰਗਨ ਹੈ ਹਾਨ ਕੋ, ਅੰਦਰੋਂ ਜਿਹੜੀ ਸਾਡੀ ਮੈਲ ਹੈ ਉਹ ਸਾਰੀ ਨਿਕਲ ਜਾਵੇ। को है गुरु चेलो कौन सुखदाई पौन कौन। ਗੁਰੂ ਕੌਣ ਹੈ? ਚੇਲਾ ਕੌਣ ਹੈ? ਸੁਖ ਦੇਣ ਵਾਲਾ ਕੌਣ ਹੈ? माया मोह टूटे कैसे करिए बखान को। ਮਾਇਆ ਦਾ ਮੋਹ ਕਿਵੇਂ ਟੁੱਟ ਸਕਦਾ ਹੈ? ਸਾਨੂੰ ਦੱਸੋ। लियो सीख गोरख की मानिए बचन मम। ਦੇਖੋ, ਇਹ ਸਾਰੇ ਉੱਤਰ ਦੇਣ ਤੋਂ ਪਹਿਲਾਂ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਤੁਸੀਂ ਗੋਰਖ ਦੇ ਚੇਲੇ ਬਣ ਜਾਓ। पाइए परम पद जाके समान को। ਔਰ ਤੁਸੀਂ ਵੀ ਗੋਰਖ ਹੋਰਾਂ ਦੇ ਵਾਂਗੂ, ਸਾਡੇ ਗੁਰੂ ਜੀ ਦੇ ਵਾਂਗੂ ਤੁਸੀਂ ਵੀ ਪਰਮ ਪਦ ਵੀ ਪ੍ਰਾਪਤ ਕਰੋ। कबित रिदे मन बास जान नाभ भिखे पौन थान। ਹੁਣ ਸਤਿਗੁਰੂ ਸੰਖੇਪਤਾ ਨਾਲ ਉੱਤਰ ਦੇ ਰਹੇ ਨੇ, ਆਪਾਂ ਸੰਖੇਪਤਾ ਨਾਲ ਸੁਣ ਲਈਏ। ਕੀ ਆਖਿਆ ਜੀ? ਰਿਦੇ ਮਨ ਬਾਸ ਜਾਨ ਨਾਭ ਬਿਖੇ ਪੌਨ ਥਾਨ। ਗੱਲ ਇਹ ਹੈ ਕਿ ਮਨ ਦਾ ਨਿਵਾਸ ਸਾਡੇ ਹਿਰਦੇ ਵਿੱਚ ਹੈ, ਪੌਣ ਦਾ ਨਿਵਾਸ ਸਾਡੀ ਨਾਭੀ ਵਿੱਚ ਹੁੰਦਾ ਹੈ ਜੀ। ਮਨ ਹੈ ਨਰੇਸ਼ ਪ੍ਰਾਨ ਸਚਿਵ ਬਖਾਨੀਏ। ਮਨ ਹੈ ਸੁਲਤਾਨ ਤੇ ਪ੍ਰਾਨ ਨੇ ਇਹਨਾਂ ਦੇ ਮੰਤਰੀ। ਬਿਖੇ ਕੇ ਵਿਕਾਰ ਰਚ ਬੰਧਨ ਪਰਤ ਜੀਓ। ਜਦੋਂ ਅਸੀਂ ਵਿਕਾਰਾਂ ਵਿੱਚ ਪੈ ਜਾਂਦੇ ਹਾਂ, ਜੀ ਸਾਡਾ ਬੰਧਨਾਂ ਵਿੱਚ ਪੈ ਜਾਂਦਾ ਹੈ। ਦਸਵੇਂ ਦਰ ਪੌਨ ਰਹੇ ਕੰਧ ਨੇ ਹਾਨੀਏ। ਗੱਲ ਇਹ ਹੈ ਵੀ ਜੇ ਸਵਾਸ ਦਸਮ ਦੁਆਰ ਵਿੱਚ ਟਿਕੇ ਰਹਿਣ ਤੇ ਫਿਰ ਸਰੀਰ ਨੂੰ ਕੁਝ ਨਹੀਂ ਹੁੰਦਾ। ਹੁਣ ਦਸਮ ਦੁਆਰ ਦੇ ਨਾ ਅਰਥ ਸਤਿਗੁਰੂ ਮਹਾਰਾਜ ਉਹ ਜੋਗੀਆਂ ਵਾਲਾ ਦਸਮ ਦੁਆਰ ਨਹੀਂ ਕਹਿ ਰਹੇ, ਵਿਚਾਰ ਮੰਡਲ ਹੈ, ਫਿਰ ਆਪਾਂ ਵਿਚਾਰ ਕਰਾਂਗੇ ਜੀ। ਗੁਰੂ ਹੈ ਸ਼ਬਦ ਧੁਨ ਚੇਲਾ ਹੈ ਸੁਰਤ ਤੈਂ। ਚੇਤਾ ਰੱਖਿਓ ਜੇ, ਤੁਸੀਂ ਨਾਨਕ ਨੂੰ ਨਾ ਆਖੋ ਕਿ ਕਿਸੇ ਗੋਰਖਨਾਥ ਦੇ ਸਿੱਖ ਬਣ ਜਾਣ। ਅਸੀਂ ਤਾਂ ਸਿੱਖ ਬਣੇ ਹੋਏ ਆ,
ਕੌਣ? ਸ਼ਬਦ ਗੁਰੂ, ਸੁਰਤ ਧੁਨ ਚੇਲਾ। ਜਿਹੜਾ ਗੁਰੂ ਸ਼ਬਦ ਦੀ ਧੁਨੀ ਹੈ ਨਾ, ਹੁਣ ਧੁਨੀ ਸ਼ਬਦ ਦਾ ਅਰਥ ਹੈ, ਜਦੋਂ ਅਸੀਂ ਭਾਵ ਲਵਾਂਗੇ ਤੇ ਧੁਨੀ ਸ਼ਬਦ ਤਾਂ ਵੈਸੇ ਤਾਂ ਹੁੰਦਾ ਹੈ ਆਵਾਜ਼, ਨਾਦ। ਨਾਦ ਕੀ ਹੋਇਆ? ਸ਼ਬਦ ਦੀ ਨਾਦ ਹੈ, ਸ਼ਬਦ ਦੀ ਵਿਚਾਰ। ਧਾਰਨ ਕੌਣ ਕਰਦਾ ਹੈ? ਧਾਰਨ ਕੋਈ ਸਰੀਰ ਨਹੀਂ ਕਰਦਾ, ਧਾਰਨ ਕਰਦਾ ਹੈ ਸਾਡੀ ਸੁਰਤੀ। ਨਾ ਗੁਰੂ ਸਰੀਰ ਹੈ, ਨਾ ਸਿੱਖ ਸਰੀਰ ਹੈ। ਸ਼ਬਦ ਗੁਰੂ ਹੈ, ਸ਼ਬਦ ਦੀ ਵਿਚਾਰ ਜੋ ਧਾਰਨ ਕਰਦੀ ਹੈ ਸਾਡੀ ਸੁਰਤੀ। ਜਿਸ ਸੁਰਤੀ ਵਿੱਚ ਸ਼ਬਦ ਟਿਕ ਜਾਂਦਾ ਹੈ ਉਹ ਗੁਰੂ ਦਾ ਸਿੱਖ ਬਣ ਜਾਂਦਾ ਹੈ, ਗੁਰੂ ਨਾਲ ਭੇਦ ਹੋ ਜਾਂਦਾ ਹੈ। ਜੀ। ਧਾਮ ਸੁਖ ਦਾਈ ਤੂਰੀ ਪਦਵੀ ਪ੍ਰਮਾਨੀਏ। ਧਾਮ ਸੁਖ ਦਾਈ ਤੂਰੀ ਪਦਵੀ ਪ੍ਰਮਾਨੀਏ। ਇਹ ਨਿਚਲ ਧਾਮ ਹੈ ਤੇ ਉੱਤਮ ਪਦਵੀ ਹੈ। ਗਿਆਨ ਹੋਵੇ ਆਵੇ ਮਾਇਆ ਮੋਹ ਟੂਟ ਜਾਵੇ ਤਬ। ਜਿਸ ਵੇਲੇ ਗਿਆਨ ਆ ਜਾਂਦਾ ਹੈ, ਮਾਇਆ ਦਾ ਮੋਹ ਟੁੱਟ ਜਾਂਦਾ ਹੈ। ਦੇਵੋ ਸਿੱਖ ਸਿੱਧਨ ਸਭਨ ਪਹਿਚਾਨੀਏ। ਅਸੀਂ ਤੁਹਾਨੂੰ ਸਾਰੇ ਸਿੱਧਾਂ ਨੂੰ ਇਹ ਸਿੱਖਿਆ ਦਿੰਦੇ ਹਾਂ। ਤੁਸੀਂ ਸਾਨੂੰ ਨਾ ਆਖੋ ਵੀ ਉਹਨਾਂ ਦੇ ਸਿੱਖ ਬਣ ਜਾਓ, ਅਸੀਂ ਤੁਹਾਨੂੰ ਸਿੱਖਿਆ ਦੇ ਰਹੇ ਹਾਂ। ਜੇ ਤੁਸਾਂ ਨੇ ਆਪਣਾ ਜੀਵਨ ਸਫਲ ਕਰਨਾ ਜੇ ਤੇ ਐਂ ਕਰੋ। ਸਵਈਆ ਧੰਗਰ ਪੁੱਛਤ ਸ਼੍ਰੀ ਗੁਰ ਸੋ। ਫਿਰ ਝੰਗਰ ਪੁੱਛਦਾ ਹੈ ਗੁਰੂ ਸਾਹਿਬ ਨੂੰ, ਤੁਝ ਕੌਣ ਪਿਤਾ ਕੋ ਮੈਂ ਤਾਰੀ। ਤੇਰਾ ਪਿਤਾ ਕੌਣ ਹੈ? ਤੇਰੀ ਮਾਤਾ ਕੌਣ ਹੈ? ਜੋਗੀ ਕੇ ਭੋਗੀ ਕੇ ਸੋਗੀ ਕੇ ਦੋ। ਤੁਸੀਂ ਜੋਗੀ ਹੋ ਕਿ ਭੋਗੀ ਹੋ ਕਿ ਸੋਗੀ ਹੋ ਕਿ ਸਾਰਾ ਕੁਝ ਹੀ ਹੋ ਤੁਸੀਂ। ਹਰ ਖੀਰੈ ਹੋ ਕਉ ਸਾਚੇ ਉਚਾਰੀ। ਸਦਾ ਮੁਸਕਰਾਉਂਦੇ ਰਹਿਣ ਵਾਲੇ, ਹਰਖ ਵਿੱਚ ਰਹਿਣ ਵਾਲੇ ਹੋ ਕਿ ਸੋਗੀ ਹੋ, ਸੋਗ ਵਿੱਚ ਰਹਿਣ ਵਾਲੇ ਹੋ। ਜੀ। ਕੋ ਪ੍ਰਕਾਸ਼ ਜੰਜਾਰ ਮਿਟਾ। ਕਿਹੜਾ ਪ੍ਰਕਾਸ਼ ਜਿਹੜਾ ਹੈ ਸਾਡੇ ਜੀਵਨ ਦੇ ਜੰਜਾਲ ਨੂੰ ਮਿਟਾ ਸਕਦਾ ਹੈ? ਪੁਨ ਕਾਹੇ ਤੇ ਉਜਲ ਬੁੱਧ ਤੁਮਾਰੀ। ਇਹ ਕਿਹੜੀ ਗੱਲ ਹੈ ਜਿਸ ਕਰਕੇ ਤੁਸੀਂ ਇੰਨੀ ਉਜਲ ਬੁੱਧੀ ਦੇ ਮਾਲਕ ਹੋ? ਗੋਰਖ ਕੇ ਉਪਦੇਸ਼ ਲੀਏ। ਗੋਰਖ ਜੀ ਦਾ ਉਪਦੇਸ਼ ਲੈ ਲਓ। ਜਗ ਦੇਹ ਆਜੀਤ ਰਹੇ ਨੇ ਹਾਰੀ। ਫਿਰ ਤੁਹਾਡਾ ਜਿਹੜਾ ਸਰੀਰ ਹੈ ਉਹ ਸਦਾ ਅਜਿਤ ਹੋ ਜਾਏਗਾ। ਪੰਕਜ ਲੋਚਨ ਬੈਨ ਕਹੇ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਆਖੇ, ਪਿਤ ਮੋਹੇ ਸੰਤੋਖ ਖੇਮਾ ਸ਼ੁਭ ਮਾਈ। ਹੁਣ ਜਿਹੜੀ ਭਾਸ਼ਾ ਉਹ ਬੋਲ ਰਹੇ ਸਨ ਨਾ, ਉਹ ਭਾਸ਼ਾ ਗੁਰੂ ਸਾਹਿਬ ਨੂੰ ਸੱਚੇ ਪਾਤਸ਼ਾਹ ਨੂੰ ਸਿੱਧੀ ਸਮਝ ਆਉਂਦੀ ਹੈ। ਅਸੀਂ ਤਾਂ ਫਟਾਫਟ ਆਖਾਂਗੇ ਪਿਤਾ ਜੀ ਦਾ ਨਾਮ ਕੀ ਸੀ, ਸਾਨੂੰ ਪਤਾ ਹੈ। ਮਾਤਾ ਜੀ ਦਾ ਨਾਮ ਕੀ ਸੀ, ਸਾਨੂੰ ਪਤਾ ਹੈ। ਇਹਨਾਂ ਗੱਲਾਂ ਨਾਲ ਤਾਂ ਉਹਨਾਂ ਦਾ ਕੋਈ ਵਾਸਤਾ ਨਹੀਂ ਹੈ ਸੀ। ਜਿਹੜੇ ਪਿਤਾ ਮਾਤਾ ਉਹ ਜਾਣਨਾ ਚਾਹੁੰਦੇ ਸਨ, ਸਤਿਗੁਰੂ ਕਹਿੰਦੇ ਨੇ ਸੁਣੋ ਸਾਡਾ ਪਿਤਾ ਕੌਣ ਹੈ। ਸਾਡਾ ਪਿਤਾ ਹੈ ਸੰਤੋਖ। ਪਿਤਾ ਸੰਤੋਖ ਖੇਮਾ। ਹਾਂਜੀ, ਖੇਮਾ। ਤੇ ਸਾਡੀ ਮਾਤਾ ਹੈ ਖਿਮਾ। ਮੁਝ ਮਾਈ, ਖਿਮਾ ਕਰ ਦੇਣਾ, ਸਾਡੀ ਮਾਂ ਹੈ। ਜੀ। ਭੋਗ ਮੈਂ ਜੋਗ ਨਾ ਸੋਗ ਕਰੋ। ਗੱਲ ਇਹ ਹੈ ਵੀ ਅਸੀਂ ਗ੍ਰਸਤੀ ਹਾਂ, ਅਸੀਂ ਸੰਸਾਰੀ ਹਾਂ, ਲੇਕਿਨ ਐਸੇ ਸੰਸਾਰੀ ਜਿਹੜੇ ਰੋਂਦੇ ਨਹੀਂ, ਐਸੇ ਸੰਸਾਰੀ ਜਿਹੜੇ ਛਾਲਾ ਨਹੀਂ ਮਾਰਦੇ। ਨਾ ਇੱਥੇ ਸੋਗ ਹੈ ਨਾ ਇੱਥੇ ਹਰਖ ਹੈ। ਜੀ। ਹਰਖੋਂ ਨੇ ਨੀਰ ਜੋ ਕੰਜ ਰਹਾਈ। ਅਸੀਂ ਬਿਲਕੁਲ ਨਿਰਲੇਪ ਰਹਿਣ ਵਾਲੇ ਹਾਂ। ਜੰਜਾਰ ਓਕਾਰ ਪ੍ਰਕਾਸ਼ ਮਿਟੇ। ਸਰਕਾਰ ਦੀ ਕਿਰਪਾ ਦੇ ਸਦਕਾ ਜੰਜਾਰ ਮਿਟ ਜਾਂਦੇ ਨੇ, ਸਾਰੇ ਮਿਟ ਗਏ ਸਾਡੇ। ਗੁਰ ਕੋ ਮਿਲ ਉਜਲ ਬੁੱਧ ਸੁਹਾਈ। ਇਹ ਐਸੀ ਉਜਲ ਬੁੱਧ ਤਾਂ ਹੁੰਦੀ ਹੈ ਜਦੋਂ ਅਸੀਂ ਗੁਰਾਨ ਗੁਰੂ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਹਾਂ। ਗੋਰਖ ਤੋਂ ਸੰਗ ਉਹ ਸਭ ਹੀ ਸਿੱਧ। ਗੱਲ ਇਹ ਹੈ ਵੀ ਸਮੇਤ ਤੇਰੇ ਸਾਰੇ ਸਿੱਧਾਂ ਦੇ, ਸਮੇਤ ਗੋਰਖਨਾਥ ਦੇ ਦੇਵੋਂ ਗੋ ਉਪਦੇਸ਼ ਬਣਾਈ। ਅਸੀਂ ਚੰਗੀ ਤਰ੍ਹਾਂ ਤੁਹਾਨੂੰ ਉਪਦੇਸ਼ ਇਹ ਦ੍ਰਿੜ ਕਰਵਾ ਕੇ ਜਾਵਾਂਗੇ। ਅਸੀਂ ਆਏ ਹੀ ਇਹ ਉਪਦੇਸ਼ ਦ੍ਰਿੜ ਕਰਵਾਉਣ ਵਾਸਤੇ ਹਾਂ। ਜੀ। ਦੋਹਰਾ ਪੁਨ ਗੋਰਖ ਸਮਝੀਰ ਦੇ। ਫਿਰ ਗੋਰਖ ਨੇ ਆਪਣੇ ਅੰਦਰ ਗੱਲ ਨੂੰ ਸਮਝਿਆ ਕਿ
ਅਧਿਕ ਵਿਭੂਤ ਦਿਖਾਏ। ਕਹਿਣ ਲੱਗੇ ਹੁਣ ਇਹਨੂੰ ਪੁੱਛੋ, ਆਪਣੇ ਪਦਾਰਥ ਵਿਖਾਉਂਦੇ ਆ ਜੀ। ਆਨੋ ਨਿਜ ਮਾਰਗ ਵਿਖੇ। ਹੁਣ ਇਹ ਐਵੇਂ ਨਹੀਂ ਮੰਨੇਗਾ ਕਰਾਮਾਤਾਂ ਨਾਲ ਤਾਂ ਇਹ ਹਰਾ ਗਿਆ, ਸਭ ਕੁਝ ਅੱਗੇ ਨਿਕਲ ਗਿਆ, ਜਿੱਤ ਗਿਆ। ਮਾਨੇ ਮਨੇ ਲੋਭਾਏ। ਹੁਣ ਇਹਨੂੰ ਨਾ ਕੁਝ ਲੋਭ ਦਿੰਦੇ ਆ ਵਾਹਿਗੁਰੂ, ਤੇ ਲੋਭ ਦੇਖੋ ਕੀ ਦਿੰਦੇ ਨੇ ਹੁਣ ਜੀ। ਖੱਪਰ ਦਿੱਤਾ ਨਾਥ ਨੇ ਬਾਲੇ ਤਾਲ ਬਿਲੋਕ। ਆਖਿਆ ਬਾਲੇ ਐ ਨਾਨਕ ਨੇੜੇ ਹੀ ਤਾਲ ਹੈ, ਥੋੜਾ ਜਿਹਾ ਅੱਗੇ ਜਾਏਗਾ ਤੇ ਤੈਨੂੰ ਨਜ਼ਰ ਆਵੇਗਾ, ਐ ਲੈ ਸਾਡਾ ਖੱਪਰ ਲੈ ਜਾ। ਪਾਣੀ ਆਨੋ ਤਹਾਂ ਤੇ ਹੂਜੇ ਸਦਾ ਅਸ਼ੋਕ। ਉੱਥੋਂ ਜਾ ਕੇ ਪਾਣੀ ਦਾ ਖੱਪਰ ਭਰ ਲਿਆਓ। ਜਿਉਂ ਹੀ ਪਾਣੀ ਦਾ ਖੱਪਰ ਤੁਸੀਂ ਭਰ ਕੇ ਲਿਆਓਗੇ ਨਾ, ਸਾਰੀ ਜ਼ਿੰਦਗੀ ਵਿੱਚ ਤੁਹਾਡੀਆਂ ਲਹਿਰਾਂ ਬਹਿਰਾਂ ਹੀ ਹੋ ਜਾਣਗੀਆਂ ਜੀ। ਲੈ ਕਰ ਗਮਨੇ ਤਾਲ ਟਿਗ ਮਾਣਕ ਲਾਲ ਵਿਸਾਲ। ਲਹਿਰਾਂ ਬਹਿਰਾਂ ਕਾਹਦੇ ਨਾਲ ਹੋਣੀਆਂ ਸਨ ਭਲਾ? ਉਹਨ ਆਖਿਆ ਨਾ ਲਾਲਚ ਦਿੰਦੇ ਆ ਇਹਨੂੰ। ਉੱਥੇ ਗਏ ਜਿਸ ਵੇਲੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਤੇ ਵੇਖਿਆ ਕਿ ਉੱਥੇ ਲਹਿਰਾਂ ਪਾਣੀ ਦੀਆਂ ਨਹੀਂ ਸਨ ਹੈਗੀਆਂ, ਕੁਝ ਹੋਰ ਨਹੀਂ ਸਨ, ਲਾਲ ਵਿਸਾਲ, ਵੱਡੇ ਵੱਡੇ ਲਾਲ ਮੋਤੀ ਜੀ। ਪੂਰਨ ਸਰ ਅਵਲੋਕ ਕੈ ਠਾਂਡੇ ਰਹੇ ਕਿਰਪਾਲ। ਸਤਿਗੁਰਾਂ ਨੇ ਵੇਖਿਆ ਥੋੜੇ ਬਹੁਤੇ ਨਹੀਂ ਸਨ, ਇਹ ਸਾਰਾ ਸਰੋਵਰ, ਸਾਰਾ ਤਾਲ ਹੀ ਹੀਰੇ ਮੋਤੀਆਂ ਦਾ ਭਰਿਆ ਹੋਇਆ ਸੀ। ਜਗਮਗ ਜਗਮਗ ਕਰਤ ਐ ਤਹਾਂ ਜਵਾਹਿਰ ਪੂਰੇ। ਬਹੁਤ ਸਾਰੇ ਜਵਾਹਰਾਤ ਜਗਮਗ ਜਗਮਗ ਕਰ ਰਹੇ ਨੇ। ਗੋਰਖ ਕੋ ਛਲ ਜਾਨ ਕੈ ਹਟ ਆਏ ਜਗ ਮੂਰ। ਹਟ ਆਏ ਜਗ ਮੂਰ, ਜਗਤ ਦਾ ਮੂਲ ਸਤਿਗੁਰੂ ਮਹਾਰਾਜ। ਇਹ ਸਾਰਾ ਕੁਝ ਵੇਖ ਕੇ ਕਿ ਗੋਰਖਨਾਥ ਨੂੰ ਹੋਰ ਨਹੀਂ ਸੁਝਿਆ ਕੁਛ, ਤੇ ਇਹ ਸਾਨੂੰ ਇਹ ਥੋੜਾ ਕੁਝ ਵਿਖਾ ਕੇ ਤੇ ਲਲਚਾਉਂਦਾ ਚਾਹੁੰਦਾ ਹੈ। ਸਤਿਗੁਰੂ ਮਹਾਰਾਜ ਨਾ ਵਾਪਸ ਮੁੜੇ ਆਏ, ਹੱਥ 'ਚ ਫੜਿਆ ਹੋਇਆ ਖੱਪਰ ਜੀ। ਕਯੋ ਆਨ ਤੈ ਨੀਰ ਨੇ ਖੱਪਰ ਲਿਓ ਸਮਾਲ। ਕਹਿਣ ਲੱਗੇ ਨਾਥ ਜੀ ਉੱਥੇ ਪਾਣੀ ਕੋਈ ਨਹੀਂ ਹੈਗਾ, ਤੇ ਆਹ ਫੜੋ ਤੁਸੀਂ ਆਪਣਾ ਖੱਪਰ, ਸੰਭਾਲੋ ਆਪਣਾ ਖੱਪਰ। ਕੱਲ ਨੂੰ ਨਾ ਇਹ ਆਖਿਓ ਜੇ ਬਈ ਸਾਨੂੰ ਕਿਹੜਾ ਵਿਖਾਇਆ ਸੀ, ਪਤਾ ਨਹੀਂ ਖੱਪਰ ਵਿੱਚ ਕਿੰਨੇ ਹੀਰੇ ਜਵਾਹਰਾਤ ਲੈ ਗਿਆ ਹੋਵੇਗਾ। ਇਹ ਫੜੋ ਆਪਣਾ ਖੱਪਰ ਤੁਸੀਂ ਜੀ। ਬੈਠੇ ਰਹੋ ਸਮੀਪ ਹੋਏ ਸ਼੍ਰੀ ਗੁਰ ਦੀਨ ਦਿਆਲ। ਐਂ ਕਹਿ ਕੇ ਨਾ ਸਾਹਿਬ ਸੱਚੇ ਪਾਤਸ਼ਾਹ ਖੱਪਰ ਉਹਨਾਂ ਦੇ ਕੋਲ ਰੱਖ ਕੇ ਆਪ ਬੈਠ ਗਏ। ਫਿਰ ਬਚਨ ਕਰਨ ਵਾਸਤੇ ਇਹ ਵਿਸ਼ੇਸ਼ ਤੌਰ ਤੇ ਹਵਾਲਾ ਦਿੱਤਾ ਮਾਣਯੋਗ ਭਾਈ ਸਾਹਿਬ ਹੋਰਾਂ, ਭਾਈ ਗੁਰਦਾਸ ਜੀ ਹੋਰਾਂ ਨੇ। ਕਹਿਣ ਲੱਗੇ ਜਿਸ ਲਈ ਖੱਪਰ ਦਿੱਤਾ ਨਾਥ ਜੀ ਪਾਣੀ ਭਰ ਲੇਵਨੀ ਉੱਠ ਚਾਲਾ। ਬਾਬਾ ਆਇਆ ਪਾਣੀਆਂ ਡਿੱਠੇ ਰਤਨ ਜਵਾਹਰ ਲਾਲਾ। ਸਤਿਗੁਰ ਪੁਰਖ ਅਗਾਧ ਬੋਧ ਕਿਹੜਾ ਝੱਲੇ ਗੁਰ ਦੀ ਝਾਲਾ। ਫਿਰ ਆਇਆ ਗੁਰ, ਸੰਬੋਧਨ ਕੀਤਾ ਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ। ਵਾਹਿਗੁਰੂ ਵਾਹਿਗੁਰੂ। ਫਿਰ ਭਾਈ ਸਾਹਿਬ ਹੋਰਾਂ ਨੇ ਅਖੀਰ ਵਿੱਚ ਜੋ ਕੁਝ ਆਖਿਆ, ਆਪਾਂ ਸਾਰੇ ਰਸਨਾ ਪਵਿੱਤਰ ਕਰੀਏ। ਇੰਨੀ ਸੇਵਾ ਪ੍ਰਵਾਨ ਕਰਿਓ ਜੇ। ਸਵੇਰ ਦੀ ਹਾਜ਼ਰੀ ਭਰ ਕੇ ਤੁਹਾਡੇ ਪਾਸੋਂ ਖਿਮਾ ਲੈਣੀ ਹੋਵੇਗੀ। ਸਾਰੇ ਰਸਨਾ ਪਵਿੱਤਰ ਕਰਿਓ ਜੇ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ, ਆਪਣਾ ਪੰਥ ਨਿਰਾਲਾ ਕੀਤੋ ਸੋ, ਆਪਣਾ ਪੰਥ ਨਿਰਾਲਾ, ਆਪਣਾ ਪੰਥ ਨਿਰਾਲਾ ਕੀਤੋ ਸੋ, ਆਪਣਾ ਪੰਥ ਨਿਰਾਲਾ। ਸਾਰੇ ਤਕੜੇ ਹੋ ਕੇ ਆਖੋ, ਤਕੜੇ ਹੋ ਕੇ ਆਖੋ। ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਜਿੱਤੀ ਸਿੱਧ ਮੰਡਲੀ। ਕੀਤੋ ਸੋ ਆਪਣਾ ਪੰਥ ਨਿਰਾਲਾ, ਆਪਣਾ ਪੰਥ ਨਿਰਾਲਾ, ਆਪਣਾ ਪੰਥ ਨਿਰਾਲਾ। ਕੀਤੋ ਸੇ ਆਪਣਾ ਪੰਥ ਨਿਰਾਲਾ। ਬਸ ਮੈਂ ਸਮਾਪਤੀ ਕਰਦਾ ਹੋਇਆ ਤੁਹਾਨੂੰ ਇੱਕ ਵਾਰ ਇਹ ਵਾਕ ਫਿਰ ਚੇਤਾ ਕਰਵਾ ਦਿਆਂ। ਯੋਗ ਸ਼ਬਦ ਦੇ ਸਨਮੁਖ ਹਾਰ ਗਿਆ। ਸ਼ਬਦ ਜਿਸ ਨੇ ਨਿਰਾਲਾ ਪੰਥ ਜਿਹੜਾ ਸੀ ਉਜਾਗਰ ਕਰ ਦਿੱਤਾ ਸਾਰੇ ਬ੍ਰਹਿਮੰਡ ਦੇ ਵਿੱਚ, ਖੰਡਾਂ ਬ੍ਰਹਿਮੰਡਾਂ ਵਿੱਚ। ਔਰ ਇਹ ਚੇਤਾ ਰੱਖਣਾ, ਸ਼ਬਦ ਸ਼੍ਰੋਮਣੀ ਹੈ, ਸ਼ਬਦ ਸਭ ਤੋਂ ਉੱਚਾ ਹੈ, ਸ੍ਰੇਸ਼ਟ ਹੈ।
ਕੋਈ ਸਿੱਖ ਵੀ ਕਿਸੇ ਵੀ ਸਮੇਂ ਭਟਕ ਕੇ ਕਿਸੇ ਪ੍ਰਕਾਰ ਦੇ ਯੋਗਾ ਦੇ ਪਿੱਛੇ ਨਾ ਤੁਰ ਪਵੇ। ਇਨੀ ਸੇਵਾ ਪ੍ਰਵਾਨ ਕਰਿਓ ਜੇ। ਭੁੱਲਾਂ ਦੀ ਖਿਮਾ। ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। हे अच्युत हे पार ब्रह्म अविनाशी अगुनास हे